ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਗੁਰਮਤਿ ਕਲਾਸ ਵਿੱਚ ਅੱਜ ਦੀ ਕਰਨ ਵਾਲੇ ਮੀਆਂ ਪੈਰਾਂ ਸਭ ਨੇ ਜੀਆਂ ਨੂੰ ਆਉਂਦੀਆਂ ਹਨ। ਹਰ ਸੋਮਵਾਰ ਵੀ ਰਣਜੀਤ ਸਿੰਘ ਜੀ ਸਾਡੇ ਨਾਲ ਗੁਰਬਾਣੀ ਦੇ ਵਿੱਚ ਆਏ ਸੰਕੇਤਕ ਸ਼ਬਦਾਂ ਦੀ ਵਿਆਖਿਆ ਦੀ ਲੜੀਵਾਰ ਵਿਚਾਰ ਕਰ ਰਹੇ ਹਨ। ਮੈਂ ਜੋ ਉਹਨਾਂ ਨੂੰ ਬੇਨਤੀ ਹੈ ਕਿ ਜੋ ਵੀ ਜੋੜਦੇ ਹੋਏ ਅੱਜ ਦੀ ਵਿਚਾਰ ਆਰੰਭ ਕਰਨ ਦੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰ ਪ੍ਰਸਾਦ। ਪਰਮ ਸਨਮਾਨਯੋਗ ਗੁਰੂ ਪਿਆਰਿਓ, ਗੁਰੂ ਫਤਿਹ ਦੀ ਸਾਂਝ ਕਰ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿੱਚ ਆਏ ਹੋਏ ਸੰਕੇਤਕ ਸ਼ਬਦ, ਉਹਨਾਂ ਦੀ ਲੜੀਵਾਰ ਵਿਚਾਰ ਅਸੀਂ ਕਰ ਰਹੇ ਹਾਂ। ਨੰਨੇ ਅੱਖਰ ਤੋਂ ਅੱਜ ਦੀ ਵਿਚਾਰ ਆਰੰਭ ਹੋਣੀ ਹੈ। ਪਿਛਲੇ ਹਫ਼ਤੇ ਅਸੀਂ ਤੱਦਾ ਅੱਖਰ ਤੱਕ ਦੇ ਜੋ ਸ਼ਬਦਾਵਲੀ ਸਾਨੂੰ ਮਿਲਦੀ ਹੈ ਉਹਦੀ ਵਿਚਾਰ ਅਸੀਂ ਕਰ ਚੁੱਕੇ ਹਾਂ। ਤਾਂ ਅੱਜ ਦੀ ਵਿਚਾਰ ਅਸੀਂ ਨੰਨੇ ਅੱਖਰ ਤੋਂ ਕਰਦੇ ਹਾਂ। ਨੰਨਾ ਅੱਖਰ 9 ਖੰਡ ਸਭ ਤੋਂ ਪਹਿਲਾ ਇੱਕ ਸ਼ਬਦ ਆਉਂਦਾ ਹੈ, ਗੁਰਬਾਣੀ ਵਿੱਚ ਵਰਤਿਆ ਗਿਆ। ਇਹ ਜਿਹੜੇ ਭਾਰਤੀ ਜੀਓਗ੍ਰਾਫੀ ਦੇ ਜਾਂ ਭੂਗੋਲ ਦੇ ਮੰਨਣ ਵਾਲੇ ਜਾਂ ਕਰਤੇ ਹਨ ਜਾਂ ਉਹਨਾਂ ਨੇ ਧਰਤੀ ਦੇ 9 ਹਿੱਸੇ ਕੀਤੇ ਹਨ, ਜਿਹਨਾਂ ਨੂੰ 9 ਖੰਡ ਕਿਹਾ ਜਾਂਦਾ ਹੈ। ਇਹ ਧਰਤੀ ਦੇ ਹਿੱਸੇ, ਉਹਨਾਂ ਦੇ ਵੱਖਰੇ ਵੱਖਰੇ ਨਾਮ ਉਹਨਾਂ ਨੇ ਰੱਖੇ ਹੋਏ ਹਨ। ਮੈਂ ਇਹਦੀ ਬਹੁਤੀ ਵਿਸਥਾਰ ਨਾਲ ਜਾਂ ਵਿਚਾਰ ਲੰਬੀ ਨਹੀਂ ਕਰਦਿਆ, ਸਿਰਫ ਇੰਨੀ ਕੁ ਬੇਨਤੀ ਕਰ ਰਿਹਾ ਹਾਂ ਕਿ ਇਹਨਾਂ ਖੰਡਾਂ ਨੂੰ 9 ਭਾਗਾਂ ਨੂੰ ਜਾਂ ਭੂ ਭਾਗਾਂ ਨੂੰ ਮਿਲਾਉਣ ਦਾ ਯਤਨ ਵੀ ਇਹਨਾਂ ਨੇ ਕੀਤਾ, ਪਰ ਇਹ ਯਤਨ ਹੋ ਨਹੀਂ ਸਕਿਆ। ਅਸਲ 'ਚ ਪੁਰਾਣੇ ਲੋਕਾਂ ਨੇ ਆਪਣੇ ਸਮੇਂ ਦੇ ਗਿਆਨ ਦੇ ਅਨੁਸਾਰ ਇਹ ਵੰਡ ਕੀਤੀ ਹੈ, ਤੇ ਗੁਰੂ ਸਾਹਿਬ ਜੀ ਨੇ ਸਿਰਫ ਉਹਨਾਂ ਦੀ ਕੀਤੀ ਹੋਈ ਵੰਡ ਬਤਾ ਕੇ 9 ਖੰਡ ਪ੍ਰਿਥਵੀ ਫਿਰ ਚਿਰ ਜੀਵੈ ਮਹਾ ਉਦਾਸ ਤਪੀਸਰ ਥੀਵੇ, ਭਾਵ ਸਾਰੀ ਧਰਤੀ, ਸਮੂਹ ਧਰਤੀ ਦੀ ਗੱਲ ਉੱਥੇ ਗੁਰੂ ਪਾਤਸ਼ਾਹ ਜੀ ਨੇ ਜੋ ਲਫ਼ਜ਼ ਵਰਤਿਆ, ਉਹ ਟਰਮ ਜਿਹੜੀ ਇਸਤੇਮਾਲ ਹੋਈ 9 ਖੰਡ, ਉਹ ਹੈ ਸਮੁੱਚੀ ਧਰਤੀ ਦੇ ਲਈ, ਵੀ ਸਾਰੀ ਧਰਤੀ ਨੂੰ ਵੀ ਘੁਮਾਵੇ, ਦੇਖ ਆਵੇ, ਫੇਰ ਆਵੇ ਤੇ ਤਪੀਸਰ ਬਣ ਜਾਏ, ਉਦਾਸੀ ਬਣ ਜਾਏ, ਫਿਰ ਵੀ ਉਹ ਪਰਮਾਤਮਾ ਤੱਕ ਉਹਦੀ ਪਹੁੰਚ ਨਹੀਂ ਹੋ ਸਕਦੀ। ਸੁਖਮਣੀ ਦੀ ਬਾਣੀ ਵਿੱਚ ਸਤਿਗੁਰੂ ਦਾ ਪਾਵਨ 265 ਅੰਕ ਦੇ ਉੱਤੇ ਇਹ 9 ਖੰਡ ਲਫ਼ਜ਼ ਜਿਹੜਾ ਹੈ ਉੱਥੇ ਸਾਨੂੰ ਮਿਲਦਾ ਹੈ। ਤਾਂ ਇੱਥੇ 9 ਖੰਡ ਨੂੰ ਸਮੁੱਚੀ ਧਰਤੀ ਦੇ ਲਈ ਟਰਮ ਨੂੰ ਵਰਤ ਇਸਤੇਮਾਲ ਜਿਹੜਾ ਕੀਤਾ ਗਿਆ ਹੈ। ਅੱਗੇ ਅਸੀਂ ਸ਼ਬਦ 'ਚ ਅੱਗੇ ਚੱਲਦੇ ਹਾਂ। 9 ਦੁਆਰ, ਇਹ ਗੁਰਬਾਣੀ ਵਿੱਚ ਸ਼ਬਦ ਕਈ ਵਾਰੀ ਵਰਤਿਆ ਗਿਆ ਹੈ। 9 ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ, ਆਨੰਦ ਸਾਹਿਬ ਦੀ ਬਾਣੀ ਦੇ ਵਿੱਚ 922 ਅੰਕ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਸ਼ਬਦ ਆਉਂਦਾ ਹੈ। ਇਸ ਤੋਂ ਅੱਗੇ ਰਾਮਕਲੀ ਕੀ ਵਾਰ ਵਿੱਚ ਵੀ ਸ਼ਬਦ ਆਉਂਦਾ ਹੈ, ਗੌੜੀ ਥਿੱਤੀ ਦੇ ਵਿੱਚ ਵੀ ਇਹ ਸ਼ਬਦ ਆਉਂਦਾ ਹੈ। ਆਪਾਂ ਇਹਦੇ ਵਿਚਾਰ ਕਰੀਏ ਵੀ 9 ਖੰਡ ਕੀ ਚੀਜ਼ ਹੈ। ਪ੍ਰਾਤਨ ਜਿਹੜੇ ਸਰੀਰ ਦੇ ਵਿਗਿਆਨੀ ਸਨ, ਉਹਨਾਂ ਨੇ ਸਰੀਰ ਦੇ 9 ਗਿਆਨ ਇੰਦਰੀਆਂ ਨੂੰ ਤੇ ਕਰਮ ਇੰਦਰੀਆਂ ਨੂੰ 9 ਦੁਆਰੇ ਕਿਹਾ ਹੈ। 2 ਅੱਖਾਂ, 2 ਕੰਨ, 2 ਨੱਕ, ਨਾਸਾਂ ਜਿਹਨੂੰ ਅਸੀਂ ਕਹਿ ਦਿੰਦੇ ਹਾਂ, ਮੂੰਹ, ਗੁਦਾ, ਲਿੰਗ ਤੇ ਪੱਗ, ਇਹ ਇਹਨਾਂ ਨੇ 10 ਇਹ 9 ਦੁਆਰੇ ਜਿਹੜੇ ਲਿਖੇ ਹਨ। ਸਰੀਰ ਨੂੰ ਇੱਕ ਵੱਡੇ ਕਿਲੇ ਜਾਂ ਮੰਦਿਰ ਦੇ ਨਾਲ ਵੀ ਇਹਨਾਂ ਨੇ ਉਪਮਾ ਦਿੱਤੀ ਹੈ, ਜੋ ਵਡਿਆਈ ਕੀਤੀ ਹੈ, ਤੁਲਨਾ ਕੀਤੀ ਹੈ। ਇਹਨਾਂ ਇੰਦਰੀਆਂ ਨੂੰ ਦਰ ਜਾਂ ਦਰਵਾਜ਼ੇ ਕਹਿ ਕੇ ਫਿਰ ਯਾਦ ਕੀਤਾ ਜਾਂਦਾ ਹੈ। 9 ਦਰਵਾਜ਼ੇ ਕਾਇਆ ਕੋਟ ਹੈ, 10ਵੇਂ ਗੁਪਤ ਰਖੀਜੇ, ਇਹ ਰਾਮਕਲੀ ਕੀ ਵਾਰ ਦੇ ਵਿੱਚ 954 ਅੰਕ ਦੇ ਉੱਤੇ ਸ਼ਬਦ ਆਉਂਦਾ ਹੈ। ਇਹਨਾਂ ਨੂੰ ਛਿਦਰ ਵੀ ਕਿਹਾ ਜਾਂਦਾ ਹੈ, 9 ਗੋਲਕਾਂ ਵੀ ਕਿਹਾ ਜਾਂਦਾ ਹੈ, ਇਹਨਾਂ ਨੂੰ ਸੂਤ ਵੀ ਕਿਹਾ ਜਾਂਦਾ ਹੈ। ਹੋਰ ਵੀ ਇਹ ਨਾਮ ਇਹਨਾਂ ਦੇ ਹੋਣਗੇ ਜਿਹੜੇ ਵਰਤੇ, ਪਰ ਗੁਰਬਾਣੀ ਵਿੱਚ ਇਹਨਾਂ ਨੂੰ ਛਿਦਰ, ਗੋਲਕ, ਇਹ ਸੂਤ, ਇਹ ਸ਼ਬਦਾਂ ਦੇ ਨਾਲ ਵਰਤਿਆ ਗਿਆ ਹੈ। ਜਿਵੇਂ 9ਵੀਂ 9ਵੇਂ ਛਿਦਰ ਅਪਵੀਤ, ਇਹ ਗੌੜੀ ਥਿੱਤੀ ਦੇ ਵਿੱਚ ਸਤਿਗੁਰੂ ਜੀ ਦੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਲਫ਼ਜ਼ ਇਸਤੇਮਾਲ ਕੀਤਾ ਗਿਆ ਹੈ। ਤਾਂ ਇਹ 9 ਦਰਵਾਜ਼ੇ ਜਾਂ 9 ਜਿਹੜੇ ਸਾਡੇ ਅਸੀਂ 9 ਦੁਆਰ ਹਨ, ਉਹਨਾਂ ਨੂੰ ਇਹ ਕਹਿ ਸਕਦੇ ਹਾਂ, ਜਿਹੜੇ ਗੁਰਬਾਣੀ ਵਿੱਚ ਇਹ ਇੱਕ ਭਗਤ ਕਬੀਰ ਜੀ ਨੇ ਵੀ
ਇੱਕ ਸ਼ਬਦ ਵਰਤਿਆ ਹੈ, ਨਵੇਂ ਸੋਤ ਸਭ ਢਿੱਲਾ ਦੀ ਗੱਲ ਕਰਕੇ। ਸਾਰਾ ਦਿਨ ਲਾਲਚ ਅਟਿਆ ਮਨਮੁਖ ਹੋਰੇ ਗੱਲਾਂ ਸ਼ਬਦ ਆਉਂਦਾ ਹੈ। ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ ਦੇ ਉੱਤੇ ਇਹ ਸ਼ਬਦ ਆਉਂਦਾ ਹੈ। ਵੀਰ ਤੇਜਿੰਦਰ ਸਿੰਘ ਜੀ ਨੇ ਇੱਕ ਚੈਟ ਵਿੱਚ ਸੁਝਾਅ ਲਿਖਿਆ, ਲੇਕਿਨ ਜੋ ਪ੍ਰਾਤਨ ਗ੍ਰੰਥਾਂ ਦੀ ਮੈਂ ਗੱਲ ਕੀਤੀ ਹੈ, ਮੈਂ ਉਹਦੇ ਚੋਂ ਹੀ ਉਹ ਹਵਾਲਾ ਦਿੱਤਾ। ਮੈਂ ਉਹ ਜੋ ਆਮ ਮੰਨੇ ਜਾਂਦੇ ਹਨ ਉਹਨਾਂ ਵੱਖਰੇ ਵੱਖਰੇ ਦੁਆਰ ਮੰਨੇ ਨੇ, ਕਈਆਂ ਨੇ ਕਿਸੇ ਨੂੰ ਮੰਨਿਆ, ਕਿਸੇ ਨੂੰ ਵੱਖਰਾ ਮੰਨਿਆ, ਲੇਕਿਨ ਜੋ ਹਵਾਲਾ ਮਹਾਨ ਸੰਕੇਤ ਕੋਸ਼ ਵਿੱਚ ਪਿਆਰਾ ਸਿੰਘ ਬਹਾਦਰ ਨੇ ਲਿਖਿਆ ਹੈ, ਮੈਂ ਕਿਉਂਕਿ ਉਸੇ ਨੂੰ ਆਧਾਰ ਬਣਾ ਕੇ ਆਪ ਜੀ ਦੇ ਨਾਲ ਗੱਲ ਕਰ ਰਿਹਾ। ਤੋ ਅਗਲੀ ਗੱਲ ਅਸੀਂ ਕਰਦੇ ਹਾਂ ਨੌ ਨਾਥ। ਨਾਥ ਲਫ਼ਜ਼ ਜਿਹੜਾ ਹੈ ਇਹ ਜੋਗੀਆਂ ਦੇ ਵਿੱਚ ਇਸਤੇਮਾਲ ਹੁੰਦਾ ਹੈ। ਜੋਗ ਮਤ ਦੇ ਵਿੱਚ ਜੋਗੀਆਂ ਦੇ ਪ੍ਰਮੁੱਖ ਜਿਹੜਾ ਆਗੂ ਹੁੰਦਾ, ਮਹੰਤ ਹੁੰਦਾ, ਜਾਂ ਕਹਿ ਲਈਏ ਜਾਂ ਉਹਨਾਂ ਦਾ ਜਥੇਦਾਰ ਜਾਂ ਉਹਨਾਂ ਦਾ ਲੀਡਰ, ਉਹਨੂੰ ਨਾਥ ਕਿਹਾ ਜਾਂਦਾ ਹੈ। ਜਿਸ ਦੇ ਅੱਗੇ ਬਾਕੀ ਜਿਹੜੇ ਸਾਰੇ ਜੋਗੀ ਨੇ ਇਹ ਨਮਸਕਾਰ ਕਰਦੇ ਆ, ਉਹਨੂੰ ਅੱਗੇ ਸਿਰ ਝੁਕਾਉਂਦੇ ਆ, ਉਹਦੇ ਅੱਗੇ ਮੱਥਾ ਟੇਕਦੇ ਆ, ਤੇ ਸਾਰਾ ਭੇਖ ਉਹ ਜੋਗ ਦਾ ਉਹਦੇ ਆਗਿਆ ਮੁਤਾਬਕ ਹੀ ਚੱਲਦਾ ਹੈ, ਨਾਥ ਦੇ ਚੱਲਦਾ ਹੈ। ਤੋ ਪ੍ਰਾਤਨ ਜਿਹੜੀਆਂ ਰਵਾਇਤਾਂ ਸੀ ਉਹਨਾਂ ਦੇ ਅਨੁਸਾਰ ਨਾਥ 9 ਹੋਏ ਹਨ, 9 ਗਿਣਤੀ ਜਿਹੜੀ ਉਹਨਾਂ ਦੀ ਹੋਈ ਹੈ, ਜਿਨ੍ਹਾਂ ਦੇ ਨਾਮ ਵੱਖੋ ਵੱਖਰੇ ਕਿਤਾਬਾਂ 'ਚ ਵੱਖਰੇ ਵੱਖਰੇ ਨਾਂ ਹਨ। ਹੁਣ ਇੱਥੇ ਵੀ ਮਤਭੇਦ ਹੈ, ਵੱਖਰੇ ਵੱਖਰੇ ਨਾਮ ਜਿਹੜੇ ਹਨ ਉਹ ਮਿਲਦੇ ਹਨ। ਤੋ ਜਿਹੜਾ ਮਹਾਰਨਵ ਤੰਤਰ ਹੈ ਉਹਦੇ ਵਿੱਚ 9 ਨਾਥਾਂ ਦਾ ਜਿਹੜਾ ਜ਼ਿਕਰ ਕੀਤਾ ਗਿਆ, ਉਹਨਾਂ ਦੇ ਨਾਮ ਹੋਰ ਨੇ। ਭਾਈ ਕਾਹਨ ਸਿੰਘ ਨਾਭਾ ਜੀ ਨੇ ਮਹਾਨ ਕੁਸ਼ ਜਿਹੜੇ ਨਾਮ ਦਿੱਤੇ ਨੇ ਉਹਨਾਂ ਦੇ ਨਾਮ ਹੋਰ ਨੇ। ਤੋ ਜਿਹੜਾ ਮਹਾਰਨਵ ਤੰਤਰ ਦੇ ਵਿੱਚ ਨਾਂ ਹਨ ਉਹ ਹਨ ਆਦਨਾਥ, ਮਛੰਦਰਨਾਥ, ਗੋਰਖ, ਜਲੰਧਰ, ਨਗਜੁਰਨ ਤੇ ਸਹਿਸਰੁਜਨ, ਦੱਤਿਆਤਰੇయ, ਦੇਵਦੱਤ ਤੇ ਜੜ ਭਾਰਤ। ਇਹ 9 ਨਾਮ ਜਿਹੜੇ ਉਹਦੇ ਦਿੱਤੇ ਹੋਏ ਨੇ। ਤੇ ਜਿਹੜੇ ਭਾਈ ਕਾਹਨ ਸਿੰਘ ਨਾਭਾ ਨੇ 9 ਨਾਂ ਦਿੱਤੇ ਹਨ ਉਹਨਾਂ ਦੇ ਵਿੱਚ ਆਦਨਾਥ, ਮਛੰਦਰਨਾਥ, ਉਦੈਨਾਥ, ਸੰਤੋਖਨਾਥ, ਕੰਬੜਨਾਥ, ਸਤਿਆਨਾਥ, ਅਚੰਭਨਾਥ, ਚੌਰੰਗੀਨਾਥ ਤੇ ਗੋਰਖਨਾਥ। ਇਹਨਾਂ ਵਿੱਚੋਂ ਮਛੰਦਰ, ਗੋਰਖਨਾਥ ਤੇ ਜਲੰਧਰ ਦਾ ਨਾਂ ਜਿਹੜਾ ਹੈ ਉਹ ਜ਼ਿਆਦਾ ਪ੍ਰਸਿੱਧ ਮਿਲਦਾ ਹੈ। ਮਛੰਦਰ ਦਾ ਨਾਮ ਵੀ ਸਾਨੂੰ ਗੁਰਬਾਣੀ 'ਚ ਮਿਲਦਾ ਹੈ ਔਰ ਗੋਰਖਨਾਥ ਦਾ ਨਾਮ ਵੀ ਮਿਲਦਾ ਹੈ, ਤੇ ਜਲੰਧਰ ਦਾ ਨਾਮ ਜਿਹੜਾ ਹੈ ਉਹ ਮੈਨੂੰ ਮਿਲਿਆ ਨਹੀਂ ਹੈ, ਮੈਂ ਕਿਤੇ ਗੁਰਬਾਣੀ 'ਚੋਂ ਉਹਦਾ ਹਵਾਲਾ ਮੈਂ ਨਹੀਂ ਦੇਖਿਆ। ਲੇਕਿਨ ਜਲੰਧਰ ਨਾਥ ਦਾ ਇੱਕ ਕਿਹਾ ਜਾਂਦਾ ਵੀ ਜਿਹੜਾ ਜਲੰਧਰ ਸ਼ਹਿਰ ਹੈ ਵੀ ਉਹ ਇਸ ਨਾਥ ਜੋਗੀ ਦੇ ਨਾਂ ਦੇ ਉੱਤੇ ਹੀ ਬਣਿਆ ਸੀ। ਆਮ ਪਿਛਲੇ ਪਿਛੋਕੜ ਜਿਹੜੀਆਂ ਹਨ ਇਹ ਗੱਲਾਂ ਕੀਤੀਆਂ ਜਾਂਦੀਆਂ ਹਨ। ਤੋ ਜਿਹੜਾ ਨਾਥ ਦਾ ਜ਼ਿਕਰ ਕੀਤਾ ਹੈ ਗੁਰਬਾਣੀ ਦੇ ਵਿੱਚ ਭਗਤ ਕਬੀਰ ਜੀ ਨੇ ਵੀ ਕੀਤਾ, ਸੋਈਏ ਵੇਲੇ ਪਹਿਲੇ ਕੇ ਦੇ ਵਿੱਚ ਵੀ ਇਹਦਾ ਜ਼ਿਕਰ ਆਉਂਦਾ ਹੈ, ਭੱਟਾਂ ਨੇ ਵੀ ਇਹਦਾ ਜ਼ਿਕਰ ਕੀਤਾ ਹੈ। ਤੋ 6 ਜਤੀ ਮਾਇਆ ਕੇ ਬੰਦਾ, ਨਵੇਂ ਨਾਥ ਸੂਰਜ ਅਰ ਚੰਦਾ। ਇਹ ਭਗਤ ਕਬੀਰ ਜੀ ਦਾ ਜ਼ਿਕਰ ਹੈ। ਤੇ ਗੁਣ ਗਾਵੇ ਨਵਨਾਥ, ਇਹ ਜ਼ਿਕਰ ਸੋਈਆਂ ਦੇ ਵਿੱਚ ਵੀ ਆਉਂਦਾ ਹੈ, ਸੋਈਏ ਮਹੱਲੇ ਪਹਿਲੇ ਕੇ ਦੇ ਵਿੱਚ ਵੀ ਇਹਦਾ ਜ਼ਿਕਰ ਆਉਂਦਾ ਹੈ। ਤੇ ਇਹ 9 ਨਾਥ ਉਹ ਜੋਗੀਆਂ ਦੇ ਨਾਲ ਸੰਬੰਧ ਰੱਖਦੇ ਹਨ, ਤੇ ਜੋਗੀਆਂ ਦੇ ਫਿਰਕੇ ਜਿਹੜੇ ਵੱਖਰੇ ਵੱਖਰੇ ਥਾਂ ਦੇ ਵੱਖਰੇ ਵੱਖਰੇ ਨਾਮ ਸਨ ਉਹ ਉੱਥੇ ਉਹਨਾਂ ਨੂੰ ਲਿਆ ਜਾਂਦਾ ਹੈ। ਔਰ ਗੁਰਬਾਣੀ 'ਚ ਜ਼ਿਆਦਾ ਗੋਰਖ, ਮਛੰਦਰ ਤੇ ਚਰਪਟ ਤੇ ਹੋਰ ਇਹ ਜੋਗੀਆਂ ਦੇ ਨਾਂ ਆਉਂਦੇ ਨੇ, ਪਰ ਨਾਥਾਂ ਦੇ ਵਿੱਚੋਂ ਜਿਹੜਾ ਗੋਰਖ ਤੇ ਇਹ ਦੂਸਰਾ ਮਛੰਦਰ ਦਾ ਨਾਮ ਜਿਹੜਾ ਹੈ ਉਹ ਸਾਨੂੰ ਗੁਰਬਾਣੀ 'ਚੋਂ ਮਿਲਦਾ ਹੈ। ਅੱਗੇ ਅਸੀਂ ਇੱਕ ਟਰਮ ਵਰਤਦੇ ਹਾਂ, 9 ਨਿਧੀ। 9 ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ, ਜੋ ਹਰ ਹਿਰਦੇ ਸਦਾ ਵਸਾਏ। ਨਿਧੀ ਦਾ ਜੇ ਲਫ਼ਜ਼ ਨਿਧ ਦਾ ਜੇ ਆਪਾਂ ਅਰਥ ਕਰਦੇ ਹਾਂ ਜ਼ੁਬਾਨੀ ਸ਼ਬਦਾਵਲੀ ਕੋਸ਼ਾਂ ਦਾ ਅਰਥ ਉਹ ਹੁੰਦਾ ਖਜ਼ਾਨਾ, ਦੌਲਤ। ਨਿਧ ਦਾ ਅਰਥ ਖਜ਼ਾਨਾ ਹੈ। ਪ੍ਰਾਤਨ ਗ੍ਰੰਥਾਂ ਦੇ ਵਿੱਚ ਜੋ ਹਿੰਦੂਇਜ਼ਮ ਦੇ ਨਾਲ ਸਨਾਤਨੀ ਗ੍ਰੰਥ ਹਨ ਇਹਨਾਂ ਵਿੱਚ 9 ਨਿਧੀਆਂ ਗਿਣੀਆਂ ਗਈਆਂ ਹਨ। 9 ਨਿਧੀਆਂ ਜਿਨ੍ਹਾਂ ਦਾ ਮਾਲਕ ਇਹ ਦੇਵਤਿਆਂ ਦਾ ਖਜ਼ਾਨਚੀ ਕੁਬੇਰ ਨੂੰ ਮੰਨਿਆ ਗਿਆ ਹੈ। ਜਿਹੜੀਆਂ 9 ਨਿਧੀਆਂ ਇਹਨਾਂ ਨੇ ਗਿਣੀਆਂ ਹਨ ਉਹ ਪਦਮ, ਮਹਾਪਦਮ, ਸੰਖ, ਮਕਰ, ਕੱਛਪ, ਮੁਕੰਦ, ਫਿਰ ਕੁੰਦ, ਨੀਲ ਤੇ ਵਰਜ। ਇਹਨਾਂ ਨੇ 9 ਨਿਧੀਆਂ ਗਿਣੀਆਂ ਹਨ। ਅਸਲ 'ਚ ਗੁਰਬਾਣੀ 'ਚ ਜਦੋਂ ਲਫ਼ਜ਼ ਵਰਤਿਆ ਗਿਆ ਉੱਥੇ ਸਮੁੱਚੀ ਦੌਲਤ ਦੀ ਗੱਲ ਕੀਤੀ ਗਈ ਹੈ, ਨਾ ਕਿ 9 ਦੀ ਗਿਣਤੀ ਰੱਖੀ ਗਈ ਹੈ।
ਦਰਅਸਲ ਅਸੀਂ ਇਹ ਗੱਲ ਸਮਝ ਲਈਏ ਬਈ ਕਈ ਪ੍ਰਕਾਰ ਦੇ ਕੀਮਤੀ ਰਤਨ ਹਨ ਜਿਨ੍ਹਾਂ ਦਾ ਮੁੱਲ ਅੰਦਾਜ਼ਾ ਹੀ ਨਹੀਂ ਲੱਗ ਸਕਦਾ, ਜਾਂ ਬੇਅੰਦਾਜ਼ਾ ਹੈ, ਅਨੁਮਾਨਿਆ ਗਿਆ ਹੈ, ਅੰਦਾਜ਼ੇ ਲਾਏ ਜਾਂਦੇ ਹਨ, ਉਹਨਾਂ ਦਾ ਮੁੱਲ ਅਸਲ ਪਤਾ ਨਹੀਂ ਹੁੰਦਾ। ਜਿਹੜੇ ਯੋਗ ਸਾਧਨਾ ਕਰਨ ਵਾਲੇ ਸਨ, ਇਹ ਉਹਨਾਂ ਦੇ ਕੋਲੋਂ ਇਹ ਆਸ ਕਰਦੇ ਸੀ ਜਿਗਿਆਸੂ ਕਿ ਇਹ ਜਿਹੜਾ ਯੋਗ ਸਾਧਨਾ ਕਰਨ ਦੇ ਨਾਲ, ਹੱਠ ਤਪ ਕਰਨ ਦੇ ਨਾਲ ਸਿੱਧੀਆਂ ਤੇ ਨਿੱਧੀਆਂ, ਸਿੱਧੀਆਂ ਤੇ ਤਿੱਧੀਆਂ ਸ਼ਕਤੀਆਂ ਤੇ ਖਜ਼ਾਨੇ ਇਹ ਦੋਨੇ ਮਿਲ ਜਾਂਦੀਆਂ। ਇਹ ਯੋਗ ਮਤ ਦੇ ਵਿੱਚ ਮੰਨਿਆ ਵੀ ਜਾਂਦਾ ਹੈ ਵੀ ਨਿੱਧੀਆਂ ਵੀ ਮਿਲ ਜਾਂਦੀਆਂ ਤੇ ਖਜ਼ਾਨੇ ਤੇ ਸਿੱਧੀਆਂ ਵੀ ਮਿਲ ਜਾਂਦੀਆਂ। ਜਿਵੇਂ ਸਿੱਧੀਆਂ ਦੀ ਗੱਲ ਕਰਦੇ ਆ ਤੇ ਅਸੀਂ ਉਹ ਜਦੋਂ ਗੁਰੂ ਸਾਹਿਬ ਜੀ ਨਾਨਕ ਮਤੇ ਜਾਂਦੇ ਹਨ ਤੇ ਉਦੋਂ ਜੋਗੀ ਆਪੋ ਆਪਣਾ ਕਈ ਰੂਪ ਬਣ ਕੇ ਆਪਣੇ ਸਿੱਧੀ ਦੀ ਤਾਕਤ ਦੇ ਨਾਲ ਵੱਖਰੇ ਰੂਪ ਬਦਲ ਲੈਂਦੇ ਹਨ। ਫਿਰ ਜਦੋਂ ਸਤਿਗੁਰੂ ਸੁਮੇਰ ਪਰਬਤ ਤੇ ਜਾਂਦੇ ਹਨ ਤੇ ਉੱਥੇ ਸਿੱਧੀ ਦੀ ਤਾਕਤ ਦੇ ਨਾਲ ਪਾਣੀ ਦੀ ਥਾਂ ਤੇ ਹੀਰੇ ਜਵਾਹਰਾਤ ਦੀ ਨਜ਼ਰ ਆਉਂਦੇ ਦਿਖਾਉਂਦੇ ਨੇ। ਜਦੋਂ ਸਤਿਗੁਰੂ ਸੁਮੇਰ ਪਰਬਤ ਤੇ ਜਾਂਦੇ, ਜਿੱਥੇ ਜਾ ਕੇ ਉਹਨਾਂ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਭਰਮਾਉਣ ਦੇ ਲਈ ਇਹ ਜਾ ਕੇ ਕਿਹਾ ਕਾਕੇ ਆ ਖੱਪਰ ਲੈ, ਤੇ ਉਹ ਨਦੀ ਤੋਂ ਜਾ ਕੇ ਪਾਣੀ ਭਰ ਕੇ ਲਿਆ। ਸਤਿਗੁਰੂ ਜਦੋਂ ਉੱਥੇ ਜਾਂਦੇ, ਜਾ ਕੇ ਵਾਪਸ ਆ ਜਾਂਦੇ, ਤੇ ਜੋਗੀਆਂ ਨੇ ਕਿਹਾ ਵੀ ਤੂੰ ਵਾਪਸ ਆ ਗਿਆ। ਕਹਿੰਦੇ ਮੈਂ ਪਾਣੀ ਨਹੀਂ ਸੀ ਉੱਥੇ ਹੈਗਾ। ਤੇ ਉਹਨਾਂ ਜੋਗੀਆਂ ਸਿੱਧਾ ਨੇ ਕਹਿਤਾ ਵੀ ਉੱਥੇ ਹੋਰ ਕੀ ਸੀ। ਸਤਿਗੁਰੂ ਕਹਿੰਦੇ ਲੈਣ ਮੈਂ ਪਾਣੀ ਗਿਆ ਸੀ, ਮੈਨੂੰ ਕੀ ਪਤਾ ਉੱਥੇ ਹੋਰ ਕੀ ਸੀ। ਵੀ ਜਿਹੜੀ ਉਹਨਾਂ ਨੇ ਸ਼ਕਤੀ ਦਿਖਾਈ ਉਹ ਠੁੱਸ ਹੋ ਗਈ। ਗੁਰੂ ਨਾਨਕ ਨੇ ਪਰਵਾਹ ਹੀ ਨਹੀਂ ਕੀਤੀ, ਸੱਚੇ ਪਾਤਸ਼ਾਹ ਜੀ ਨੇ ਉਹਨਾਂ ਸ਼ਕਤੀਆਂ ਦੀ ਨੂੰ ਕੋਈ ਅਹਿਮੀਅਤ ਹੀ ਨਹੀਂ ਦਿੱਤੀ, ਕੋਈ ਪ੍ਰਧਾਨਤਾ ਹੀ ਨਹੀਂ ਦਿੱਤੀ। ਉਹ ਜੋਗੀ ਜਿਹੜੇ, ਤਾਂ ਹੀ ਭਾਈ ਗੁਰਦਾਸ ਜੀ ਫਿਰ ਲਿਖਦੇ ਗੋਸ਼ਟ ਕਰ ਕਰ ਕੰਨ ਫੜਾਇਆ, ਵੀ ਇਹਨਾਂ ਨੇ ਜੋਗੀਆਂ ਸਿੱਧਾਂ ਨੂੰ ਗੋਸ਼ਟ ਕਰ ਕਰਕੇ ਕੰਨ ਫੜਾ ਦਿੱਤਾ। ਤੇ ਇਹਨਾਂ ਦਾ ਖਿਆਲ ਹੈ ਵੀ ਸਿੱਧੀਆਂ ਦੀ ਤਾਕਤਾਂ ਦੇ ਨਾਲ, ਜੋਗ ਦੀਆਂ ਤਾਕਤਾਂ ਦੇ ਨਾਲ ਸਿੱਧੀਆਂ ਵੀ ਮਿਲਦੀਆਂ ਹਨ ਤੇ ਖਜ਼ਾਨੇ ਵੀ ਮਿਲਦੇ ਹਨ। ਲੇਕਿਨ ਗੁਰੂ ਸਾਹਿਬਾਨ ਨੇ ਇਹ ਗੱਲ ਨਹੀਂ ਕਹੀ, ਇਹ ਮੰਨੀ ਨਹੀਂ। ਸਤਿਗੁਰੂ ਕਹਿੰਦੇ ਨੇ ਪਰਮਾਤਮਾ ਦੀ ਯਾਦ ਦੇ ਵਿੱਚ, ਪਰਮਾਤਮਾ ਦੇ ਨਾਲ ਜੁੜਨ ਦੇ ਵਿੱਚ ਸਾਰੇ ਸੁੱਖ ਮਿਲ ਜਾਂਦੇ ਹਨ। ਉਹ ਧਨ ਪਦਾਰਥ ਵੀ ਹਨ, ਉਹ ਤਾਕਤਾਂ ਵੀ ਹਨ, ਉਹ ਸਾਰੀਆਂ ਪ੍ਰਾਪਤ ਹੋ ਜਾਂਦੀਆਂ ਹਨ। ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਇਹ ਗੁਰੂ ਪਾਤਸ਼ਾਹ ਜੀ ਨੇ ਸੁਖਮਣੀ ਦੀ ਬਾਣੀ ਵਿੱਚ ਸਾਨੂੰ ਦਿੱਤਾ ਹੈ, ਇਹ ਸਾਨੂੰ ਇੱਕ ਸੇਧ ਬਖਸ਼ੀ ਹੈ। ਤਾਂ ਗੁਰੂ ਕਾ ਸਿੱਖ ਨਾ ਤਾਂ ਸਿੱਧੀਆਂ ਦੀ ਪਰਵਾਹ ਕਰਦਾ ਹੈ ਤੇ ਨਾ ਹੀ ਨਿੱਧੀਆਂ ਦੀ ਗੱਲ ਕਰਦਾ ਹੈ। ਜੋ ਗੁਰਮਤ ਹੈ, ਗੁਰਮਤ ਦੀ ਫਿਲਾਸਫੀ ਹੈ ਪਰਮਾਤਮਾ ਦੇ ਨਾਮ ਨਾਲ ਜੁੜਨਾ, ਪਰਮਾਤਮਾ ਦੀ ਬੰਦਗੀ ਕਰਨੀ, ਪਰਮਾਤਮਾ ਦੇ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣਾ, ਉਹਦੀ ਯਾਦ ਨੂੰ ਆਪਣਾ ਹਿੱਸਾ ਬਣਾਉਣਾ। ਦੁਨੀਆ ਦੇ ਹਰ ਚੀਜ਼ ਉਸ ਪਰਮਾਤਮਾ ਦੀ ਯਾਦ ਵਿੱਚ ਸਾਡੇ ਨੂੰ ਮਿਲ ਜਾਂਦੀ ਹੈ, ਜਿਹੜੀ ਗੁਰਮਤ ਦੀ ਫਿਲਾਸਫੀ ਹੈ। ਗੁਰਮਤ ਨੇ ਨੌ ਨਿਧ ਜਾਂ ਸਿੱਧੀਆਂ ਦੀ ਇਸ ਤਰ੍ਹਾਂ ਪਰਵਾਹ ਜਿਹੜੀ ਹੈ ਨਹੀਂ ਕੀਤੀ। ਇਸੇ ਤਰ੍ਹਾਂ ਇੱਕ ਟਰਮ ਨੌ ਮੁਨ ਹੋਰ ਲਫ਼ਜ਼ ਆਉਂਦਾ ਹੈ। ਕਾਂਗੜਾ ਰਾਗ ਦੇ ਵਿੱਚ ਇੱਕ ਲਫ਼ਜ਼ ਆਉਂਦਾ ਨੌ ਮੁਨੀ, ਨੌ ਮੁਨੀ ਤੁਰ ਲੈ ਲਾਵੇਗੋ। ਇੱਕ ਕਾਂਗੜਾ ਰਾਗ ਦੇ ਵਿੱਚ ਇਹ ਸ਼ਬਦ ਆਉਂਦਾ ਹੈ ਤੇ ਜਨਕ ਬੈਠੇ ਸਿੰਘਾਸਨ, ਨੌ ਮੁਨੀ ਧੂਰ ਲੈ ਲਾਵੇਗੋ। ਇਹ ਕਾਂਗੜਾ ਰਾਗ ਚ ਗੁਰੂ ਰਾਮਦਾਸ ਮਹਾਰਾਜ ਦਾ ਸ਼ਬਦ ਹੈ। ਤੋ ਇਹ ਭਾਗਵਤ ਦੇ ਚੌਥੇ ਸਕੰਧ ਵਿੱਚ 9 ਪ੍ਰਮੁੱਖ ਮੁਨੀਆਂ ਦੀ ਗਿਣਤੀ ਦਿੱਤੀ ਹੋਈ ਹੈ। ਉਹਨਾਂ ਦੇ ਵਿੱਚ ਇਹ ਕਹੀਏ ਮਰੀਚਕ, ਅਤਰ, ਅਗਮ, ਮੈਨੂੰ ਤਾਂ ਨਾਂ ਵੀ ਯਾਦ ਨਹੀਂ ਹੁੰਦੇ ਇਹਨਾਂ ਦੇ। ਇਹ ਜੋ ਇਹੋ ਜਿਹੀਆਂ ਸਿਸਟਮ ਫਿਲਾਸਫੀ ਹੈ, ਸਿਰਫ ਇੱਕ ਦੱਸਣ ਦੀ ਸਿਰਫ ਲੋੜ ਹੈ ਵੀ ਇਹ ਜਦੋਂ ਪ੍ਰਮਾਤਮਾ ਦੇ ਨਾਲ ਬੰਦਾ ਜੁੜਦਾ ਹੈ ਤਾਂ ਇਹ 9 ਮੁਨੀ, ਇਹ ਸਾਰਾ ਉਹਨਾਂ ਦੀ ਪਰਵਾਹ ਨਹੀਂ ਹੁੰਦੀ। ਭਾਵ ਕਹਿੰਦਾ ਵੀ ਇਹ ਉਹਨਾਂ ਦੇ ਸਾਹਮਣੇ ਕੁਝ ਵੀ ਨਹੀਂ ਹੁੰਦੇ। ਤਾਂ ਗੁਰਬਾਣੀ ਦੇ ਵਿੱਚ ਇਹ ਟਰਮ ਯੂਜ਼ ਕੀਤੀ 9 ਮੁਨ, ਇਹ ਇਸੇ ਵਾਸਤੇ ਕੀਤੀ ਵੀ ਇਹਨਾਂ ਦੀ ਆਪਣੀ ਹਸਤੀ ਨਾਲੋਂ ਪਰਮਾਤਮਾ ਦੀ ਹਸਤੀ ਬਹੁਤ ਉੱਚੀ ਹੈ, ਪਰਮੇਸ਼ਰ ਦੀ ਹਸਤੀ ਬਹੁਤ ਬੇਅੰਤ ਹੈ। ਤਾਂ ਉਹ ਇਹ 9 ਮੁਨੀ ਜਿਨ੍ਹਾਂ ਨੂੰ ਤੁਸੀਂ ਮੰਨਦੇ ਹੋ ਧਾਰਮਿਕ ਦੁਨੀਆ ਦੇ ਵਿੱਚ, ਇਹ ਵੀ ਉਹਨਾਂ ਦੀ ਧੂੜ ਮੰਗਦੇ ਨੇ। ਤਾਂ ਇਹ ਇਸ ਢੰਗ ਦੇ ਨਾਲ ਉਹ ਟਰਮਾਲੋਜੀ ਜਿਹੜੀ ਯੂਜ਼ ਹੈ 9 ਮੁਨ ਦੀ, ਉਹ ਕੀਤੀ ਗਈ ਹੈ। ਅੱਗੇ ਇੱਕ ਲਫ਼ਜ਼ ਦਾ ਨਖੱਤਰ। ਅਸੀਂ ਸੁਖਮਣੀ ਦੀ ਸੱਸੀ ਅਸੂਰ ਨਖੱਤਰ, ਮੈਂ ਇੱਕ ਪੈਰ 'ਚ ਛੋਟਾ ਲੱਗਾ ਹੋਇਆ, ਉਹਦੇ ਹਲੰਤ ਜਿਹੜੀ ਹੈ ਲੱਗੀ ਹੋਈ ਹੈ ਤੱਤੇ ਦੇ, ਉਹਦੇ ਉਚਾਰਨ ਵੀ ਹਲਕਾ ਕਰਕੇ ਹੁੰਦਾ, ਨਖੱਤਰ ਨਹੀਂ ਹੁੰਦਾ, ਹਲਕਾ ਕਰਕੇ ਉਚਾਰਨ ਹੋ ਜਾਂਦਾ। ਇਹ ਨਖੱਤਰ ਜਿਹੜੇ ਹਨ ਇਹ
ਕਿਸੇ ਇੱਕ ਕਿਸਮ ਵਿਸ਼ੇਸ਼ ਕਿਸਮ ਦੇ ਚਮਕਦੇ ਹੋਏ ਸਿਤਾਰੇ ਨੂੰ ਨਖੱਤਰ ਕਿਹਾ ਜਾਂਦਾ। ਭਾਰਤੀ ਜਿਹੜੀ ਜੋਤਿਸ਼ ਵਿਦਿਆ ਸੀਗੀ ਜਾਂ ਜੋਤਿਸ਼ ਸ਼ਾਸਤਰ ਸਨ, ਉਹਨਾਂ ਦੇ ਅਨੁਸਾਰ ਤਾਰਿਆਂ ਦੇ ਸਮੂਹ ਦਾ ਉਹ ਪਿੰਡ ਜੋ ਖਗੋਲ ਵਿੱਚ ਚੰਦ ਦਾ ਮਾਰਗ ਬਣਾਉਂਦਾ ਹੈ, ਤੇ ਚੰਦਰਮਾ ਇਸ ਰਸਤੇ ਧਰਤੀ ਦੀ ਪਰਿਕਰਮਾ ਕਰਦਾ ਹੈ। ਉਹਨਾਂ ਦੇ ਕਹਿਣ ਮੁਤਾਬਕ ਇਹ ਨਖੱਤਰ 27 ਮੰਨੇ ਜਾਂਦੇ ਹਨ। ਇਹ ਜਿਹੜਾ ਨਖੱਤਰ 27 ਮੰਨੇ ਜਾਂਦੇ ਹਨ, ਇਹ 'ਚ ਅਸ਼ਵਨੀ, ਤਰਨੀ, ਤ੍ਰਿਤਿਕਾ, ਰੋਹਿਣੀ, ਮ੍ਰਿਗ, ਸ਼ਿਰਾ, ਆਦਰਦਾ 27 ਹਨ। ਮਹਾਨ ਕੋਸ਼ ਦੇ ਵਿੱਚ ਇਹਨਾਂ ਦੀ ਗਿਣਤੀ ਦਿੱਤੀ ਹੋਈ ਹੈ, ਆਪ ਜੀ ਉੱਥੋਂ ਇਹਨੂੰ ਦੇਖ ਸਕਦੇ ਹੋ। 9 ਨਖੱਤਰਾਂ ਦੀ ਗਿਣਤੀ ਜਿਹੜੀ ਹੈ ਇਹ ਦਿੱਤੀ ਹੋਈ ਹੈ। ਗੁਰੂ ਸਾਹਿਬ ਨੇ ਬਾਣੀ 'ਚ ਖਿਆਲ ਦਿੱਤਾ ਕਿ ਇਹਨਾਂ ਨਖੱਤਰਾਂ ਵਿੱਚ ਵੀ ਉਸੇ ਪ੍ਰਮਾਤਮਾ ਦੀ ਜੋਤ ਹੀ ਹੈ। ਹਰ ਥਾਂ ਭਾਵ ਪ੍ਰਮਾਤਮਾ ਦੀ ਸਰਵ ਵਿਆਪਕਤਾ ਦਾ ਗੁਰੂ ਪਾਤਸ਼ਾਹ ਨੇ ਜ਼ਿਕਰ ਕੀਤਾ ਵੀ ਕਿਤੇ ਵੀ ਹੋਵੇ, ਜਿਹਨਾਂ ਤੁਸੀਂ ਨਖੱਤਰ ਕਹਿੰਦੇ ਹੋ, ਜਿਹਨਾਂ ਤੁਸੀਂ ਦੇਖ ਨਹੀਂ ਸਕਦੇ, ਜਿਹਨਾਂ ਦੇ ਅੰਦਾਜ਼ੇ ਲਾਉਂਦੇ ਹੋ, ਜਿੱਥੇ ਪ੍ਰਮਾਤਮਾ ਦੀ ਵਡਿਆਈ ਇੰਨੀ ਹੈ ਕਿ ਉਹ ਹਰ ਥਾਂ ਦੇ ਉੱਤੇ ਹੀ ਹੈ। ਸਰਵ ਵਿਆਪਕ ਪ੍ਰਮਾਤਮਾ ਦੀ ਗੱਲ ਜਿਹੜੀ ਹੈ ਉਹ ਕੀਤੀ ਗਈ ਹੈ। ਤੇ ਇਹ ਜਿਹੜੇ ਨਖੱਤਰ ਨੇ ਇਹ ਸਦਾ ਰਹਿਣ ਵਾਲੇ ਨਹੀਂ ਹੈ, ਜਿਨ੍ਹਾਂ ਦੀ ਗੱਲ ਤੁਸੀਂ ਕੀਤੀ ਹੈ। ਇਹ ਆਉਣਗੇ, ਖਤਮ ਹੋ ਜਾਣਗੇ, ਨਾਸ਼ ਹੋ ਜਾਣਗੇ, ਹੋ ਸਕਦੇ ਨੇ, ਪਰ ਜੋ ਪ੍ਰਮਾਤਮਾ ਦਾ ਹੋਂਦ ਹੈ ਉਹਨੂੰ ਕਦੀ ਵੀ ਸਰਵ ਵਿਆਪੀ ਹੈ, ਉਹਨੂੰ ਕਦੀ ਵੀ ਖਤਮ ਨਹੀਂ ਕੀਤਾ ਜਾ ਸਕਦਾ। ਨਿਸਵਾਸਰ ਨਖੱਤਰ ਬਿਨਾਸੀ ਰਬ ਸਸੀਅਰ ਬੇਨਾਦਾ, ਇਹ ਸਾਰੰਗ ਰਾਗ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਦਾ ਇਹ ਬੋਲ ਹੈ। 1200 ਤਕਰੀਬਨ 4 ਅੰਕ ਦੇ ਉੱਤੇ ਜਿੱਥੇ ਆਉਂਦਾ ਹੈ ਵੀ ਇਹ ਨਖੱਤਰ ਵੀ ਖਤਮ ਹੋ ਸਕਦੇ ਨੇ, ਇਹ ਸੂਰਜ ਚੰਦਰਮਾ ਇਹ ਵੀ ਨਾਸ਼ਵਾਨ ਹੋ ਸਕਦੇ ਨੇ, ਲੇਕਿਨ ਪਰਮ ਪਿਤਾ ਪਰਮੇਸ਼ਰ ਜੋ ਇਹਨਾਂ ਨੂੰ ਬਣਾਉਣ ਵਾਲਾ ਹੈ, ਇਸ ਕੁਦਰਤ ਦਾ ਕਰਤਾ ਹੈ, ਉਹ ਸਥਿਰ ਹੈ, ਅਵਿਨਾਸ਼ੀ ਹੈ, ਉਹ ਸਦਾ ਰਹਿਣ ਵਾਲਾ ਹੈ, ਉਸ ਨੂੰ ਕਦੀ ਵੀ ਕੋਈ ਖਤਮ ਨਹੀਂ ਕਰ ਸਕਦਾ। ਤਾਂ ਵਡਿਆਈ ਜਿਹੜੀ ਦਿੱਤੀ ਗੁਰੂ ਪਾਤਸ਼ਾਹ ਨੇ ਨਖੱਤਰ ਲਫ਼ਜ਼ ਵਰਤ ਕੇ, ਇੱਕ ਇਹ ਕਿ ਪ੍ਰਭੂ ਸਰਵ ਵਿਆਪਕ ਹੈ, ਹਰ ਥਾਂ ਤੇ ਮੌਜੂਦ ਹੈ, ਤੇ ਦੂਜਾ ਉਸ ਪਰਮਾਤਮਾ ਨੂੰ ਕਦੀ ਖਤਮ ਨਹੀਂ ਹੋ ਸਕਦਾ। ਇਹ ਚੀਜ਼ਾਂ ਜਿਹੜੀ ਕੁਦਰਤ ਹੈ ਬਣਾਈ ਹੋਈ ਪ੍ਰਮਾਤਮਾ ਦੀ, ਇਹ ਖਤਮ ਹੋ ਸਕਦੀ ਹੈ, ਇਹ ਨਾਸ਼ਵਾਨ ਹੈ, ਲੇਕਿਨ ਪ੍ਰਮਾਤਮਾ ਕਦੀ ਵੀ ਨਾਸ਼ਵਾਨ ਨਹੀਂ, ਸਦਾ ਕਾਇਮ ਰਹਿਣ ਵਾਲਾ ਹੈ। ਇੱਕ ਨਟ ਨਾਰਾਇਣ ਅਸੀਂ ਰਾਗ ਦਾ ਨਾਮ ਪੜ੍ਹਦੇ ਹਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ, ਨਟ ਨਾਰਾਇਣ ਲਫ਼ਜ਼ ਵੀ ਇਹ ਰਾਗ ਦਾ ਨਾਂ ਆਉਂਦਾ ਹੈ। ਨਟ ਨਾਰਾਇਣ ਇੱਕ ਸੰਪੂਰਨ ਜਾਤ ਦਾ ਰਾਗ ਹੈ, ਜੋ ਬਿਲਾਵਲ, ਕਲਿਆਣ ਦੇ ਨਟ ਦੇ ਸੁਮੇਲ ਨਾਲ ਬਣਦਾ ਹੈ। ਮੈਂ ਫਿਰ ਬੇਨਤੀ ਕਰਦੇ ਹਾਂ ਵੀ ਰਾਗਾਂ ਬਾਰੇ ਮੇਰੇ ਕੋਲ ਜਾਣਕਾਰੀ ਮੈਨੂੰ ਆਪ ਨੂੰ ਨਹੀਂ ਹੈ, ਜੋ ਕੋਸ਼ਾਂ ਵਿੱਚ ਲਿਖਿਆ ਹੈ ਮੈਂ ਉਹ ਆਪ ਜੀ ਦੇ ਨਾਲ ਜ਼ਿਕਰ ਕਰ ਰਿਹਾ ਹਾਂ। ਪ੍ਰਾਤਨ ਜਿਹੜੇ ਸੰਗੀਤ ਦੇ ਕਰਤਾ ਸਨ, ਸੰਗੀਤ ਵੇਤਾ ਸਨ, ਇਸ ਨੂੰ ਮੇਘ ਦਾ ਪੁੱਤਰ ਮੰਨਦੇ ਹਨ। ਜਿਹੜੇ ਪ੍ਰਾਤਨ ਸੰਗੀਤ ਵਾਲੇ ਹਨ, ਇਸ ਨੂੰ ਉਹ ਸਾਰੇ ਸ਼ੁੱਧ ਸਵਰ ਲੱਗਦੇ ਆ ਇਸ ਰਾਗ ਦੇ ਵਿੱਚ। ਇਹ ਜਾਂ ਦੂਜੇ ਅੱਗੇ ਜਾ ਕੇ ਉਹਨਾਂ ਨੇ ਲਿਖਿਆ ਵੀ ਅਰੋਹੀ ਵਿੱਚ ਗਾ ਤੇ ਨੀ ਅਤੇ ਅਵਰੋਹੀ ਵਿੱਚ ਕੇਵਲ ਗਾ ਲਾਉਣਾ ਮਨਾ ਹੈ। ਵਾਦੀ ਸੁਰ ਤੇ ਰੇ ਹੈ ਤੇ ਕਿਤੇ ਕਿਤੇ ਸਾਰੰਗ ਦੀ ਝਲਕ ਵੀ ਪੈਂਦੀ ਹੈ। ਸ਼ਾਮ ਸਮੇਂ ਚੌਥੇ ਪੈਰ ਇਹ ਰਾਗ ਗਾਇਆ ਜਾਂਦਾ ਹੈ। ਇਹਦਾ ਗਾਉਣ ਦਾ ਸਮਾਂ ਸ਼ਾਮ ਦਾ ਚੌਥਾ ਪੈਰ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਰਾਗ 19ਵੇਂ ਨੰਬਰ ਦੇ ਉੱਤੇ ਆਇਆ ਹੈ। ਇਸ ਵਿੱਚ ਕੇਵਲ ਗੁਰੂ ਰਾਮਦਾਸ ਤੇ ਗੁਰੂ ਅਰਜਨ ਦੇਵ ਜੀ ਦੀ ਥੋੜੀ ਜਿਹੀ ਛੋਟਾ ਜਿਹਾ ਰਾਗ ਹੈ। ਥੋੜੀ ਬਾਣੀ ਗੁਰੂ ਰਾਮਦਾਸ ਜੀ ਤੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਹੈ। ਤੋਂ ਇੱਕ ਰਾਗ ਦਾ ਨਾਮ ਹੈ। ਇਸ ਰਾਗ ਦੇ ਸੁਰਾਂ ਜਿਹੜੀਆਂ ਲੱਗਦੀਆਂ ਹਨ ਉਹ ਰਾਗ ਵਾਲੇ ਜ਼ਿਆਦਾ ਜਾਣਦੇ ਹਨ। ਆਪਣਾ ਸਿਰਫ ਇਹਨਾਂ ਮਕਸਦ ਹੈ ਵੀ ਇਹ ਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ 'ਚ ਵਰਤਿਆ ਗਿਆ, ਇਹਦੀ ਛੋਟੀ ਜਿਹੀ ਜਾਣਕਾਰੀ ਇਸੇ ਕਰਕੇ ਆਪ ਜੀ ਦੇ ਨਾਲ ਸਾਂਝੀ ਕੀਤੀ ਹੈ। ਇੱਕ ਅਗਲਾ ਬੜਾ ਸ਼ਬਦ ਹੈ, ਅਹਿਮ ਸ਼ਬਦ ਹੈ ਨਦਰ ਕਰਮ। ਜਿਨ ਕੋ ਨਦਰ ਕਰਮ ਤਿਨਕਾਰ, ਫਿਰ ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ, ਉੱਥੇ ਵੀ ਲਫ਼ਜ਼ ਆਉਂਦਾ। ਤਾਂ ਨਦਰ ਕਰਮ ਸ਼ਬਦ ਜਿਹੜਾ ਹੈ ਇਹ ਅਰਬੀ ਦੇ ਨਜ਼ਰ ਕਰਮ ਤੋਂ ਬਦਲ ਕੇ ਲਫ਼ਜ਼ ਬਣਿਆ ਹੈ, ਜਿਸ ਦਾ ਅਰਥ ਹੈ ਕਿਰਪਾ ਦ੍ਰਿਸ਼ਟੀ ਜਾਂ ਮੇਰ ਭਰੀ ਨਜ਼ਰ। ਨਦਰ ਕਰਮ ਦਾ ਅਰਥ ਜਿਹੜਾ ਹੈ ਉਹ ਕਿਰਪਾ ਦ੍ਰਿਸ਼ਟੀ ਹੈ ਜਾਂ ਮੇਰ ਭਰੀ ਨਜ਼ਰ ਹੈ। ਭਾਰਤ ਦੀ ਜਿਹੜੀ ਵਿਚਾਰਧਾਰਾ ਵਿੱਚ ਇਹ ਭਗਤੀ ਪ੍ਰਧਾਨ ਰਹੀ ਹੈ ਵਿਚਾਰਧਾਰਾ। ਠੀਕ ਹੈ ਕਿ ਸਮੇਂ ਦੇ ਨਾਲ ਵਿਚਾਰ ਬਦਲ ਜਾਂਦੇ ਹਨ, ਪਰ ਆਮ ਤੌਰ ਤੇ ਇੱਥੇ ਭਗਤੀ ਪ੍ਰਧਾਨ ਵਿਚਾਰਧਾਰਾ ਦੀ ਗੱਲ ਕੀਤੀ ਜਾਂਦੀ ਸੀ। ਅਤੇ ਇਹਨਾਂ ਦੇ ਵਿੱਚ
ਸਦਾਚਾਰ ਦੇ ਉੱਤੇ ਬਹੁਤ ਜ਼ਿਆਦਾ ਜ਼ੋਰ ਦਿੱਤਾ ਜਾਂਦਾ। ਬੋਧੀ ਮਾਰਗ ਹੈ, ਜੈਨ ਮਾਰਗ ਹੈ, ਸਦਾਚਾਰ ਦੇ ਉੱਤੇ ਬਹੁਤ ਜ਼ਿਆਦਾ ਜ਼ੋਰ ਦਿੱਤਾ ਜਾਂਦਾ ਰਿਹਾ ਹੈ ਇਸ ਵਿਚਾਰਧਾਰਾ ਦੇ ਵਿੱਚ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਭਗਤੀ ਤੇ ਸਦਾਚਾਰ ਦੋਹਾਂ ਨੂੰ ਹੀ ਲਾਜ਼ਮੀ ਕਰਾਰ ਦਿੱਤਾ। ਗੁਰੂ ਨਾਨਕ ਸਾਹਿਬ ਜੀ ਨੇ ਭਗਤੀ ਵੀ ਹੋਵੇ, ਸਦਾਚਾਰ ਵੀ ਹੋਵੇ। ਸਦਾਚਾਰ ਬੰਦਾ ਹੀ ਬੰਦਗੀ ਵਿੱਚੋਂ ਹੈ ਸਦਾਚਾਰ, ਕਿਉਂਕਿ ਗੁਰੂ ਨਾਨਕ ਸਾਹਿਬ ਜੀ ਜਦੋਂ ਗੱਲ ਕਰਦੇ ਕਹਿੰਦੇ ਅੱਗਾ ਕਰਨੀ ਕੀਰਤ ਵਾਚੀਐ। ਦੋ ਚੀਜ਼ਾਂ, ਸਦਾਚਾਰ ਤੇ ਕਰਨੀ। ਉਹਦੀ ਕੀਰਤੀ ਕਿੰਨੀ ਕੀਤੀ ਹੈ, ਭਾਵ ਭਗਤੀ ਕਿੰਨੀ ਕੀਤੀ ਹੈ, ਤੇ ਉਹਦਾ ਕਿਰਦਾਰ ਕਿਹੋ ਜਿਹਾ ਸੀ। ਸਤਿਗੁਰੂ ਜੀ ਨੇ ਦੋਵੇਂ ਚੀਜ਼ਾਂ ਦਾ ਆਪ ਸੁਮੇਲ ਕੀਤਾ। ਆਸਾ ਕੀ ਵਾਰ ਦੇ ਵਿੱਚ ਅਸੀਂ ਪੜ੍ਹਦੇ ਹਾਂ, ਅੱਗਾ ਕਰਨੀ ਕੀਰਤ ਵਾਚੀਐ। ਤੇ ਪ੍ਰਮਾਤਮਾ ਦੇ ਘਰ 'ਚ ਨਾ ਤਾਂ ਕਿਸੇ ਪੈਸੇ ਦੀ ਬੁੱਕਤ ਹੈ, ਨਾ ਹੀ ਕਿਸੇ ਸ਼ੋਭਾ ਵਡਿਆਈ ਦੀ ਬੁੱਕਤ ਹੈ। ਪ੍ਰਮਾਤਮਾ ਦੇ ਘਰ ਵਿੱਚ ਕੇਵਲ ਕਰਨੀ ਕੀ ਸੀ ਤੇ ਬੰਦਗੀ ਕਿੰਨੀ ਸੀ, ਭਾਵ ਉਸ ਪਰਮੇਸ਼ਰ ਦੀ ਯਾਦ ਕਿੰਨੀ ਸੀ। ਕਰਨੀ ਕੀਰਤ ਦਾ ਮਤਲਬ ਇਹ ਹੈ, ਕੀਰਤ ਨਾਲ ਵਡਿਆਈ, ਸਿਫਤ ਸਲਾਹ, ਕਰਨੀ ਕਿਰਦਾਰ, ਸਦਾਚਾਰ। ਤੋ ਸਿੱਖ ਮਤ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਭਗਤੀ ਤੇ ਸਦਾਚਾਰ, ਕਰਨੀ ਤੇ ਕੀਰਤ ਦੋਨਾਂ ਨੂੰ ਲਾਜ਼ਮੀ ਦੱਸਦਿਆਂ ਹੋਇਆਂ ਇਹ ਗੱਲ ਦੀ ਬਾਰ-ਬਾਰ ਹਦਾਇਤ ਕੀਤੀ ਹੈ ਕਿ ਜਗਿਆਸੂ ਨੂੰ ਕਿਸੇ ਵੀ ਆਪਣੇ ਕੀਤੇ ਹੋਏ ਕਰਮ ਉੱਤੇ ਕਦੀ ਦਾਅਵਾ ਨਹੀਂ ਕਰਨਾ ਚਾਹੀਦਾ, ਸਗੋਂ ਸਹੀ ਤੇ ਸ੍ਰੇਸ਼ਟ ਸਹੀ ਧਾਰਨਾ ਇਹ ਦੱਸੀ ਗਈ ਕਿ ਮੁਕਤੀ ਜਾਂ ਆਨੰਦ ਦੀ ਪ੍ਰਾਪਤੀ ਦਾ ਸਾਧਨ ਕੇਵਲ ਨਦਰ ਕਰਮ ਹੈ। ਹੁਣ ਬੜੀ ਕਮਾਲ ਦੀ ਗੱਲ ਹੈ ਇੱਥੇ ਵੀ ਕਰਮੀ ਆਵੇ ਕੱਪੜਾ, ਨਦਰੀ ਮੁਖ ਦੁਆਰ ਦੀ ਮੈਂ ਪਹਿਲਾਂ ਪੰਕਤੀ ਪੜ੍ਹੀ ਹੈ, ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਤੋ ਸਿੱਖ ਜੀ ਦੀ ਜਿਹੜੀ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਵਿਚਾਰਧਾਰਾ ਹੈ, ਜੋ ਪੰਥ ਹੈ, ਉਸ ਵਿਚਾਰਧਾਰਾ ਵਿੱਚ, ਉਸ ਪੰਥ ਵਿੱਚ ਦਾਵਾ ਨਹੀਂ ਹੈ। ਹਾਂ ਜੀ, ਮੈਂ ਬੜੀ ਭਗਤੀ ਕੀਤੀ, ਮੈਂ ਸਵੇਰੇ ਉੱਠਦਾ, ਮੈਂ ਅੰਮ੍ਰਿਤ ਵੇਲੇ ਬੈਠ ਜਾਂਦਾ, ਮੈਂ ਤਾਂ ਇੰਨੇ ਬਾਣੀਆਂ ਦੇ ਪਾਠ ਕਰ ਲੈਣਾ, ਮੈਂ ਇੱਕੋ ਚੌਂਕੜੇ ਵਿੱਚ ਅਖੰਡ ਪਾਠ ਕਰ ਲੈਣਾ। ਗੁਰੂ ਨਾਨਕ ਦੇ ਮਾਰਗ ਵਿੱਚ ਦਾਵਾ ਨਹੀਂ ਹੈ। ਇੱਥੇ ਕੇਵਲ ਤਾਂ ਕੇਵਲ ਬੇਨਤੀ, ਅਰਦਾਸ ਉਹਦੀ ਨਦਰ ਕਰਮ ਲਈ ਹੈ। ਸਾਰੀਆਂ ਚੀਜ਼ਾਂ ਵੀ ਹੋਣ, ਪਰ ਜੇ ਵਾਹਿਗੁਰੂ ਦੀ ਨਦਰ ਕਰਮ ਨਹੀਂ ਹੁੰਦੀ, ਇਹ ਆਖਰੀ ਪੌੜੀ ਹੈ ਜਿਹਨੂੰ ਅਸੀਂ ਸਿਮਰਨ ਦੀ ਗੱਲ ਕਰਦੇ ਆ। ਜਦੋਂ ਡੰਡਿਆਂ ਦੀ ਗੱਲ ਕੀਤੀ ਸੀ, ਪੌੜੀਆਂ ਦੀ ਗੱਲ ਕੀਤੀ ਸੀ, ਤੇ ਉਸ ਦੀ ਨਦਰ ਕਰਮ ਤੋਂ ਬਿਨਾਂ ਇਹ ਸਾਰਾ ਕੁਝ ਪ੍ਰਮਾਣ ਨਹੀਂ ਹੈ। ਤੋ ਵੈਸੇ ਵੀ ਅਸੀਂ ਦੇਖਦੇ ਹਾਂ ਕਿ ਜਿੱਥੇ ਆਸਤਕ ਵਿਚਾਰਧਾਰਾ ਹੁੰਦੀ ਹੈ, ਉਹਦੇ 'ਚ ਗੱਲ ਦੱਸੀ ਜਾਂਦੀ ਹੈ ਕਿ ਕਰਨ ਵਾਲਾ ਕੇਵਲ ਪਰਮੇਸ਼ਰ ਆਪ ਹੈ। ਜਿਹੜੇ ਆਸਤਕ ਲੋਕੀ ਹਨ, ਨਾਸਤਕ ਦੀ ਗੱਲ ਨਹੀਂ ਕਰ ਰਿਹਾ, ਅਸੀਂ ਕੁਝ ਨਹੀਂ, ਸਾਡੇ ਹੱਥ ਕੁਝ ਨਹੀਂ। ਜਿਹੜੇ ਆਸਤਕ ਲੋਕੀ ਮੰਨਦੇ ਹਨ ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾ ਹੀ ਕੋਏ, ਵੀ ਉਹੀ ਜਾ ਕਰਨ ਵਾਲਾ ਹੈ। ਇਸ ਕਰਕੇ ਜੇ ਅਸੀਂ ਕਰਨ ਵਾਲੇ ਨਹੀਂ ਹਾਂ, ਜਾਂ ਸਾਡੇ ਹੱਥ ਵਿੱਚ ਕੁਝ ਨਹੀਂ ਹੈ, ਤੇ ਜੇ ਕਰਨ ਕਰਾਵਨ ਹਾਰ ਵਾਲਾ ਕੇਵਲ ਇੱਕ ਪ੍ਰਮਾਤਮਾ ਹੈ, ਫਿਰ ਆਪਣੀ ਭਗਤੀ ਜਾਂ ਆਪਣੇ ਸਾਧਨਾ ਦੀ ਤਾਕਤ ਦੇ ਨਾਲ ਇਹ ਮੁਕਤੀ ਪ੍ਰਾਪਤ ਕਰਨ ਦਾ ਦਾਵਾ ਕਰ ਲੈਣਾ ਇਹ ਖੋਖਲਾ ਹੈ, ਕਰ ਨਹੀਂ ਸਕਦੇ, ਕਿਉਂਕਿ ਸਾਡੇ ਵੱਸ ਵਿੱਚ ਨਹੀਂ ਹੈ। ਜਦੋਂ ਸਾਡੀ ਆਸਤਿਕ ਮਤ ਦਾ ਇਹ ਗੱਲ, ਸਾਡਾ ਸਿਧਾਂਤ ਹੈ ਕਿ ਕਰਨਹਾਰ ਕੇਵਲ ਇੱਕ ਪਰਮੇਸ਼ਰ ਹੈ, ਤੇ ਜੇ ਪਰਮੇਸ਼ਰ ਕਰਨਹਾਰ ਹੈ ਤਾਂ ਫਿਰ ਆਪਣੀ ਤਾਕਤ ਦੇ ਬਲ, ਆਪਣੀ ਤਾਕਤ ਨਾਲ, ਆਪਣੇ ਜ਼ੋਰ ਨਾਲ, ਆਪਣੀ ਭਗਤੀ ਦੀ, ਇਹ ਕਹਿ ਕੇ ਆਪਣੀ ਸਾਧਨਾ ਦੀ ਹੰਕਾਰ ਦੇ ਨਾਲ ਉਸ ਬੰਧਨਾਂ ਤੋਂ ਛੁੱਟ ਜਾਣਾ, ਆਵਾਗਮਨ ਨੂੰ ਖਤਮ ਕਰ ਲੈਣਾ, ਇਹ ਸਾਡੇ ਵੱਸ ਦੀ ਬਾਤ ਨਹੀਂ ਹੈ। ਸਿੱਖੀ ਸਿਧਾਂਤ ਇਹ ਗੱਲ ਕਹਿੰਦਾ ਹੈ। ਜੇ ਪ੍ਰਮਾਤਮਾ ਪ੍ਰਸੰਨ ਹੋ ਜਾਏ, ਉਹਦੀ ਕਿਰਪਾ ਦ੍ਰਿਸ਼ਟੀ ਹੋ ਜਾਏ, ਜੇ ਉਹ ਸਾਡੇ ਤੇ ਨਦਰ ਕਰਮ ਤਾਂ ਸੰਭਵ ਹੈ ਜੇ ਉਹ ਕਿਰਪਾ ਕਰੇ। ਇਹਦਾ ਮਤਲਬ ਉਹਦੀ ਕਿਰਪਾ ਦੇ ਪਾਤਰ ਬਣਨਾ ਬੜਾ ਜ਼ਰੂਰੀ ਹੈ, ਜੋ ਗੁਰਮਤਿ ਦਾ ਮਾਰਗ ਹੈ। ਕਿਰਪਾ ਦੇ ਪਾਤਰ ਬਣਨ ਲੱਗਿਆ ਹੰਕਾਰ ਨਾਲ ਨਹੀਂ ਬਣ ਸਕੀਦਾ। ਵਾਹਿਗੁਰੂ ਦੀ ਕਿਰਪਾ ਦਾ ਪਾਤਰ ਬਣਨਾ ਕੇਵਲ ਗੱਲਾਂ ਨਾਲ ਨਹੀਂ ਹੋ ਸਕਦਾ।
ਵਾਹਿਗੁਰੂ ਦੀ ਕਿਰਪਾ ਦਾ ਪਾਤਰ ਬਣਨ ਲਈ ਕੇਵਲ ਸਾਨੂੰ ਆਪਣੀਆਂ ਕੀਤੀਆਂ ਹੋਈਆਂ ਮਿਹਨਤ ਦੇ ਉੱਤੇ ਮਾਣ ਨਾਲ ਨਹੀਂ ਬਣਿਆ ਜਾ ਸਕਦਾ, ਕਿਉਂਕਿ ਉਹ ਪ੍ਰਸਾਦ ਹੈ। ਕਿਰਪਾ ਪ੍ਰਸਾਦ ਮਤਲਬ ਕਿ ਪ੍ਰਸਾਦ ਕਿਰਪਾ, ਪ੍ਰਸਾਦ ਵਾਹਿਗੁਰੂ ਦੇ ਹੱਥ ਵਿੱਚ ਹੈ, ਸਾਡੇ ਹੱਥ ਵਿੱਚ ਨਹੀਂ ਹੈ। ਮਿਹਨਤ ਕਰਕੇ ਉਹਦਾ ਦਾਵਾ ਜਿਤਾ ਲੈਣਾ ਇਹ ਸਿੱਖੀ ਦੀ ਨਦਰ ਕਰਮ ਤੱਕ ਨਹੀਂ ਲਿਜਾ ਸਕਦਾ। ਮਿਹਨਤ ਕਰਕੇ ਆਪਣਾ ਦਾਵਾ ਜਤਾਈਏ ਤਾਂ ਅਸੀਂ ਨਦਰ ਕਰਮ ਦੇ ਹਾਸਲ ਨਹੀਂ ਕਰ ਸਕਦੇ। ਸਾਡਾ ਇੱਕੋ ਹੀ ਗੱਲ ਹੈ ਕਿ ਪਰਮਾਤਮਾ ਪ੍ਰਸੰਨ ਹੋ ਕੇ ਆਪਣੀ ਕਿਰਪਾ ਦ੍ਰਿਸ਼ਟੀ ਕਰੇ ਤਾਂ ਉਹਦੀ ਨਦਰ ਕਰਮ ਭਾਵ ਉਹਦੀ ਪ੍ਰਾਪਤੀ ਸੰਭਵ ਹੋ ਸਕਦੀ ਹੈ। ਇਸ ਨਦਰ ਨੂੰ ਗੁਰਬਾਣੀ 'ਚ ਪ੍ਰਸਾਦ ਵੀ ਵਰਤਿਆ ਗਿਆ, ਜਿਹਨੂੰ ਗੁਰਪ੍ਰਸਾਦ ਵੀ ਕਿਹਾ, ਗੁਰੂ ਦੀ ਕਿਰਪਾ ਵੀ ਕਿਹਾ। ਇਸ ਨਦਰ ਨਾਲ ਹੀ ਪ੍ਰਭੂ ਸਿਮਰਨ ਦੇ ਵਿੱਚ, ਵਾਹਿਗੁਰੂ ਦੀ ਯਾਦ ਦੇ ਵਿੱਚ, ਉਹਦੀ ਨੇੜਤਾ ਦੇ ਵਿੱਚ ਪਿਆਰ ਬਣਦਾ ਹੈ। ਉਹਦੀ ਨਦਰ ਨਾਲ ਲਗਾਵ ਬਣ ਜਾਂਦਾ ਹੈ, ਉਹਦੀ ਨਦਰ ਕਰਮ ਨਾਲ। ਇਸੇ ਨਾਲ ਹੀ ਨਦਰ ਕਰਮ ਤੋਂ ਬਿਨਾਂ ਭਾਵ ਸਾਗਰ ਸੰਸਾਰ ਤੋਂ ਪਾਰ ਵੀ ਨਹੀਂ ਹੋਇਆ ਜਾ ਸਕਦਾ। ਤਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਪਰਮਾਤਮਾ ਦੀ ਨਦਰ ਦਾ ਆਖਰੀ ਡੰਡਾ, ਜਿਹੜਾ ਸਿਮਰਨ ਦਾ ਆਖਰੀ ਡੰਡਾ ਹੈ, ਇਹ ਨਦਰ ਕਰਮ ਹੈ। ਤੇ ਜਿਹੜਾ ਨਦਰ ਕਰਮ ਹੈ ਇਹ ਤਾਂ ਪ੍ਰਾਪਤ ਹੋਣੀ ਹੈ ਜੇ ਅਸੀਂ ਆਪਣੇ ਮਾਨ ਅਭਿਮਾਨ ਤੋਂ ਉੱਪਰ ਉੱਠ ਜਾਈਏ। ਮਾਨ ਅਭਿਮਾਨ ਮੰਦੇ ਸੋ ਸੇਵਕ ਨਾਹੀਂ। ਜਿਹੜਾ ਆਪਣੇ ਮਾਨ ਤੇ ਅਭਿਮਾਨ ਦੇ ਵਿੱਚ ਬੰਨ ਲਿਆ ਜਿਹਨੇ ਆਪਣੇ ਆਪ ਨੂੰ, ਉਹ ਕੋਈ ਸੇਵਕ ਨਹੀਂ ਕਹਾਉਂਦਾ, ਹੱਕਦਾਰ ਨਹੀਂ ਹੋ ਸਕਦਾ, ਨਾ ਹੀ ਉਹ ਸੇਵਕ ਬਣ ਸਕਦਾ ਹੈ। ਮਾਨ ਅਭਿਮਾਨ ਮੰਦੇ ਸੋ ਸੇਵਕ ਨਾਹੀਂ। ਸੇਵਕ ਉਹ ਹੈ ਜਿਹਨੇ ਆਪਣੇ ਆਪ ਦਾ ਤਿਆਗ ਕੀਤਾ ਹੈ, ਜਿਹਨੇ ਆਪਣੇ ਆਪ ਨੂੰ ਛੱਡ ਦਿੱਤਾ ਹੈ, ਆਪਣੇ ਆਪ ਦੀਆਂ ਜੰਜੀਰਾਂ ਤੋੜ ਲਈਆਂ ਹਨ। ਪਰ ਇਹ ਜੰਜੀਰਾਂ ਟੁੱਟਣੀਆਂ ਤਾਂ ਹਨ ਜੇ ਗੁਰੂ ਦੀ ਨਦਰ ਕਰਮ ਦੇ ਪਾਤਰ ਅਸੀਂ ਬਣਾਂਗੇ। ਤੇ ਨਦਰ ਕਰਮ ਦੇ ਪਾਤਰ ਅਸੀਂ ਗੱਲਾਂ ਨਾਲ ਨਹੀਂ ਬਣ ਸਕਦੇ। ਵਾਹਿਗੁਰੂ ਦੇ ਨਦਰ ਕਰਮ ਦੇ ਪਾਤਰ ਜਿਹੜਾ ਬਣਨ ਦੇ ਲਈ ਸਾਨੂੰ ਸਿੱਖੀ ਸਿੱਖਿਆ, ਗੁਰ ਵਿਚਾਰ, ਨਦਰੀ ਕਰਮ, ਲੰਘਾਏ ਪਾਰ, ਆਸਾ ਕੀ ਵਾਰ ਦੀ ਇਹ ਗੱਲ ਯਾਦ ਰੱਖਣ ਦੀ ਲੋੜ ਪਵੇਗੀ। ਸਿੱਖੀ, ਸਿੱਖਿਆ, ਗੁਰ ਵਿਚਾਰ, ਇਹ ਚੀਜ਼ਾਂ ਨਦਰ ਕਰਮ ਦਾ ਇੱਕ ਰਸਤਾ ਹੈ, ਇੱਕ ਮਾਰਗ ਹੈ, ਜਿਨ੍ਹਾਂ ਤੇ ਚੱਲ ਕੇ ਅਸੀਂ ਉਸ ਪ੍ਰਸਾਦ ਦੇ, ਉਸ ਨਦਰ ਕਰਮ ਦੇ ਪਾਤਰ ਬਣ ਸਕਦੇ ਹਾਂ। ਤੋ ਸਿੱਖੀ ਜਾਂ ਆਸਤਿਕ ਮਤਾਂ ਦਾ ਇਹ ਬੜਾ ਸਿੱਧਾ ਸਿਧਾਂਤ ਹੈ ਕਿ ਪਰਮ ਪਿਤਾ ਪਰਮੇਸ਼ਰ ਦੀ ਨਦਰ ਤੋਂ ਬਿਨਾਂ ਇਹ ਉਸਦੇ ਘਰ ਵਿੱਚ ਪ੍ਰਵਾਨਗੀ ਨਹੀਂ ਹੋਣੀ। ਔਰ ਨਦਰ ਕਰਮ ਕਦੀ ਵੀ ਹੰਕਾਰ ਨਾਲ, ਆਪਣੇ ਦਾਅਵੇ ਨਾਲ ਨਹੀਂ ਮਿਲਦੀ। ਨਦਰ ਕਰਮ ਲੈਣ ਦੇ ਲਈ ਪਰਮਾਤਮਾ ਦੇ ਅੱਗੇ ਅਰਦਾਸ, ਬੇਨਤੀ, ਜੋਦੜੀ, ਨਿਮਰਤਾ, ਆਪਾ ਤਿਆਗ, ਆਪਾ ਭਾਵ ਛੱਡਣਾ, ਆਪੇ ਆਪਣੇ ਸਿਆਣਪ ਨੂੰ ਛੱਡਣਾ, ਕਿਉਂਕਿ ਸਹਿਜ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ ਦੀ ਗੱਲ ਜਪ ਦੀ ਬਾਣੀ 'ਚ ਮੂਲ ਸਿਧਾਂਤ ਹੀ ਸਾਨੂੰ ਸਮਝਾਇਆ ਗਿਆ ਹੈ। ਤਾਂ ਇੱਥੇ ਅਸੀਂ ਗੱਲ ਕਹਿ ਸਕਦੇ ਹਾਂ ਕਿ ਨਦਰ ਕਰਮ ਦੇ ਪਾਤਰ ਬਣਨ ਦੇ ਲਈ ਸਾਨੂੰ ਨਿਮਰਤਾ, ਪੂਰੀ ਤਰ੍ਹਾਂ ਸਰੈਂਡਰ, ਉਸ ਪਰਮੇਸ਼ਰ ਦੇ ਅੱਗੇ ਆਪਣਾ ਭਾਵ ਗਵਾ ਕੇ ਕੀ ਕਹੀਏ, ਆਪ ਗਵਾਈਏ ਤਾਂ ਸ਼ੋ ਪਾਈਏ ਔਰ ਕੈਸੀ ਚਤੁਰਾਈ। ਆਪ ਗਵਾਈਏ ਤਾਂ ਪਾਈਏ, ਤਾਂ ਨਦਰ ਕਰਮ ਬਖਸ਼ਿਸ਼ ਦੀ ਪ੍ਰਾਪਤੀ ਸਾਨੂੰ ਹੁੰਦੀ ਹੈ। ਤਾਂ ਇਹ ਨਦਰ ਕਰਮ ਸਿੱਖੀ ਦਾ ਇੱਕ ਬਹੁਤ ਹੀ ਟਰਮ ਹੈ ਜਿਹੜੀ ਆਮ ਤੌਰ ਤੇ ਸੰਸਾਰ 'ਚ ਵਰਤੀ ਵੀ ਜਾਂਦੀ ਸੀ, ਪਹਿਲਾਂ ਵੀ ਵਰਤੀ ਜਾਂਦੀ ਸੀ, ਪਰ ਆਸਤਿਕ ਮਤ ਤੇ ਦੂਜੇ ਮਤਾਂ ਦਾ ਬੜਾ ਫਰਕ ਹੈ। ਅਗਲਾ ਸ਼ਬਦ ਹੈ ਨਮਾਜ਼। ਬੇਨਵਾਜ਼ਾ ਕੁੱਤਿਆ ਇਹ ਨਾ ਭਲੀ ਰੀਤ। ਫਰੀਦ ਜੀ ਨੇ ਆਪਣੇ ਸ਼ਲੋਕਾਂ ਦੇ ਵਿੱਚ ਵੀ ਲਫ਼ਜ਼ ਨਮਾਜ਼ ਵਰਤਿਆ। ਹੋਰ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਬੜੀ ਜਗ੍ਹਾ ਤੇ ਨਮਾਜ਼ ਲਫ਼ਜ਼ ਜਿਹੜਾ ਹੈ ਵਰਤਿਆ ਗਿਆ। ਇਸਲਾਮ ਦੇ ਵਿੱਚ ਪੂਜਾ ਪਾਠ ਜਾਂ ਰੱਬੀ ਪ੍ਰਾਰਥਨਾ ਜਿਹੜੀ ਹੈ ਉਹਨੂੰ ਨਮਾਜ਼ ਕਿਹਾ ਜਾਂਦਾ ਹੈ, ਜੋ 5 ਵੇਲੇ ਕੀਤੀ ਜਾਂਦੀ ਹੈ। ਜਿਵੇਂ ਸਿੱਖੀਜ਼ਮ ਦੇ ਵਿੱਚ 2 ਵੇਲੇ ਨਿਤਨੇਮ ਦੀ ਬੇਨਤੀ ਹੈ, ਸਵੇਰੇ ਨਿਤਨੇਮ, ਸ਼ਾਮ ਨੂੰ ਰਹਿਰਾਸ ਤੇ ਸੋਹਿਲਾ, 2 ਵੇਲੇ ਦਾ ਸਮਾਂ ਹੈ, ਸੰਧਿਆ ਦਾ ਟਾਈਮ ਤੇ ਮਾਰਨਿੰਗ ਦਾ ਟਾਈਮ। ਉੱਥੇ 5 ਵਜੇ ਦੀ 5 ਨਮਾਜ਼ਾਂ ਦੀ ਗੱਲ ਕੀਤੀ, 5 ਵੇਲੇ ਨਮਾਜ਼ ਦੀ ਗੱਲ ਕੀਤੀ ਜਾਂਦੀ ਹੈ। ਨਮਾਜ਼ ਲਫ਼ਜ਼ ਵੈਸੇ ਫਾਰਸੀ ਦਾ ਲਫ਼ਜ਼ ਹੈ,
ਜਿਹਦੇ ਫਾਰਸੀ ਸ਼ਬਦ ਤੋਂ ਤੇ ਅਰਬੀ ਦੇ ਵਿੱਚ ਵੀ ਇਹ ਸ਼ਬਦ ਦੀ ਇਸਤੇਮਾਲ ਹੋਇਆ, ਜਿਹੜਾ ਇਸਤੇਮਾਲ ਹੁੰਦਾ ਹੈ ਅਰਬੀ ਭਾਸ਼ਾ ਦੇ ਵਿੱਚ ਵੀ। ਤਾਂ ਸ਼ਰਅ ਦੇ ਅਨੁਸਾਰ ਇੱਕ ਮੁਸਲਮਾਨ ਨੂੰ, ਇੱਕ ਮੂਮਨ ਨੂੰ 5 ਨਮਾਜ਼ਾਂ ਪੜ੍ਹਨ ਦਾ ਹੁਕਮ ਹੈ, ਜਦੋਂ ਕਿ ਯਹੂਦੀਆਂ ਵਿੱਚ ਇਹ 7 ਵੇਲੇ ਦੀ ਨਮਾਜ਼ ਪੜ੍ਹਨ ਦਾ ਹੁਕਮ ਹੈ। ਜਿਹੜੇ ਯਹੂਦੀ ਯੂਸ਼ ਹਨ ਉਹ 7 ਵੇਲੇ ਦੀ ਨਮਾਜ਼ ਪੜ੍ਹਦੇ ਹਨ। ਫਰੀਦਾ ਬੇਨਵਾਜ਼ਾ ਕੁੱਤਿਆ ਇਹ ਨਾ ਭਲੀ ਰੀਤ, ਕਦੇ ਚੱਲ ਨਾ ਆਇਓ 5 ਵਕਤ ਮਸੀਤ। ਤਾਂ ਇਹ 5 ਨਮਾਜ਼ਾਂ ਇੱਕ ਸੂਰਜ ਚੜ੍ਹਨ ਤੋਂ ਪਹਿਲਾਂ ਪੜ੍ਹੀ ਜਾਂਦੀ ਹੈ, ਜਿਹਨੂੰ ਸਤਾਲੁਲ ਫਜ਼ਰ ਕਿਹਾ ਜਾਂਦਾ ਹੈ। ਇੱਕ ਸੂਰਜ ਢਲਣ ਸਮੇਂ ਪੜ੍ਹੀ ਜਾਂਦੀ ਹੈ, ਸੂਰਜ ਛਿਪਣ ਵੇਲੇ, ਉਹਨੂੰ ਸਲਾਤੁਲ ਜ਼ੁਹਰ ਕਿਹਾ ਜਾਂਦਾ ਹੈ। ਇੱਕ ਤੀਜੇ ਪੈਰ ਦਿਨ ਦੇ ਪੜ੍ਹੀ ਜਾਂਦੀ ਹੈ, ਜਿਹਨੂੰ ਸਲਾਤੁਲ ਅਸਰ ਕਿਹਾ ਜਾਂਦਾ ਹੈ। ਇੱਕ ਸੂਰਜ ਛਿਪਣ ਸਮੇਂ ਪੜ੍ਹੀ ਜਾਂਦੀ ਹੈ, ਉਹਨੂੰ ਸਲਾਤੁਲ ਅਗਰਬ ਕਿਹਾ ਜਾਂਦਾ ਹੈ। ਇੱਕ ਸੌਣ ਵੇਲੇ ਨਮਾਜ਼ ਪੜ੍ਹੀ ਜਾਂਦੀ ਹੈ, ਉਹਨੂੰ ਸਲਾਤੁਲ ਇਸ਼ਾ ਕਿਹਾ ਜਾਂਦਾ, ਇਸ਼ਾ ਦੀ ਨਮਾਜ਼ ਕਹਿੰਦੇ ਹਨ। ਇਸ਼ਾ ਦੀ ਨਮਾਜ਼ ਜਿਹੜੀ ਸੌਣ ਵੇਲੇ ਪੜ੍ਹੀ ਜਾਂਦੀ ਹੈ। ਇਹ ਨਮਾਜ਼ਾਂ ਅਸਲ ਵਿੱਚ ਕੁਰਾਨ ਸ਼ਰੀਫ ਦੀਆਂ ਆਇਤਾਂ ਹਨ, ਜਿਨ੍ਹਾਂ ਨੂੰ ਵੱਖੋ ਵੱਖਰੇ ਦੇਸ਼ਾਂ ਦੇ ਜਿਹੜੇ ਮੁਸਲਮਾਨ ਹਨ ਉਹ ਅਰਬੀ ਚ ਪੜ੍ਹਦੇ ਹਨ। ਇਸ ਵਿੱਚ ਇਸ ਨਮਾਜ਼ ਦੇ ਵਿੱਚ 42 ਰਕਤ ਹੁੰਦੇ ਨੇ, ਤੇ ਇੱਕ ਰਕਤ ਇੱਕ ਵਾਰ ਖੜੇ ਹੋ ਕੇ ਬੈਠਣ ਤੱਕ ਵੀ ਹੁੰਦੀ ਹੈ। ਇਸ ਵਿੱਚ 2 ਸਜਦੇ ਤੇ ਇੱਕ ਰਕੂ ਹੁੰਦਾ ਹੈ। ਇਹ ਹੁੰਦਾ ਸ਼ਬਦ ਜਿਹੜੇ ਆ ਮਹਾਨ ਕੁਰਸ ਚੋਂ ਦੇਖਣੇ ਪੈਣਗੇ, ਪਰ ਜੋ ਲਿਖਿਆ ਗਿਆ ਉਹ ਇਹ ਹੁੰਦਾ ਹੈ। ਨਮਾਜ਼ ਪੜ੍ਹਨ ਵਾਲੇ ਲਈ ਜ਼ਰੂਰੀ ਹੈ ਕਿ ਉਹ ਚੰਗੇ ਕੱਪੜੇ ਪਾਵੇ, ਸ਼ੁੱਧ ਵਸਤਰ ਪਹਿਨ ਕੇ ਸ਼ੁੱਧ ਪਵਿੱਤਰ ਥਾਂ ਦੇ ਉੱਤੇ ਨਮਾਜ਼ ਪੜ੍ਹੇ। ਤਾਂ ਗੁਰੂ ਨਾਨਕ ਸਾਹਿਬ ਜੀ ਦੇ ਜ਼ਮਾਨੇ ਵਿੱਚ ਇੱਕ ਨਮਾਜ਼ ਪੜ੍ਹਨੀ ਰਵਾਇਤੀ ਜਿਹਾ ਕਰਮ ਬਣ ਗਿਆ ਸੀ, ਜਿਵੇਂ ਸਾਡਾ ਨਿਤਨੇਮ ਇੱਕ ਰਵਾਇਤੀ ਕਰਮ ਹੋ ਗਿਆ। ਮੈਂ ਆਪਣੀ ਗੱਲ ਕਰ ਰਿਹਾ ਵੀ ਸਾਡਾ ਨਿਤਨੇਮ ਇੱਕ ਰਵਾਇਤੀ ਕਰਮ ਹੋ ਗਿਆ। ਭਾਵ ਇੱਕ ਧਰਮ ਦਾ ਕਰਮ ਤਾਂ ਅਸੀਂ ਕਰਦੇ ਹਾਂ, ਪਰ ਉਸ ਕਰਮ ਦੇ ਵਿੱਚੋਂ ਧਰਮ ਜਨਮ ਨਹੀਂ ਲੈਂਦਾ, ਕਿਉਂਕਿ ਗੁਰੂ ਸਾਹਿਬ ਜੀ ਨੇ ਕਿਹਾ ਕਰਮੀ ਸਹਿਜ ਨਾ ਉਪਜੇ, ਬਿਨ ਸਹਿਜੇ ਸਹਿਸਾ ਨਾ ਜਾਏ। ਨਾ ਜਾਏ ਸਹਿਸਾ ਕਿਤੇ ਸੰਜਮ ਰਹੇ, ਕਰਮ ਕਮਾਏ ਸਹਿਸੇ ਜਿਉ ਮਲੀਨ ਹੈ, ਕਿ ਸੰਜਮ ਧੋਤਾ ਜਾਏ। ਅਨੰਦ ਸਾਹਿਬ ਦੀ ਬਾਣੀ ਚ ਕਿਹਾ ਕਿ ਕਰਮ ਹੈ, ਵੀ ਕਰਮ ਕਰਨ ਨਾਲ ਸਹਿਜ ਤਾਂ ਨਹੀਂ ਮਿਲਣਾ। ਇਕੱਲਾ ਕਰਮ ਕਰ ਲਿਆ ਤੇ ਅਸੀਂ ਸਹਿਜ ਦੀ ਆਸ ਰੱਖ ਲਈਏ। ਨਮਾਜ਼ ਪੜ੍ਹ ਲੈਣੀ ਜਾਂ ਨਿਤਨੇਮ ਕਰ ਲੈਣਾ ਕਰਮ ਹੈ। ਮੈਂ ਨਾਲ ਨਾਲ ਇਸ ਕਰਕੇ ਸਪਸ਼ਟ ਕਰ ਰਿਹਾ ਕਿ ਸਾਨੂੰ ਆਪਣੇ ਅੰਦਰ ਵੀ ਝਾਤ ਮਾਰਨ ਦੀ ਲੋੜ ਹੈ। ਇਸ ਗੁਰੂ ਨਾਨਕ ਸਾਹਿਬ ਦੇ ਵੇਲੇ ਜਦੋਂ ਇਹ ਨਮਾਜ਼ ਪੜ੍ਹਦੇ ਸਨ ਤਾਂ ਇਹ ਇੱਕ ਰਵਾਇਤ ਜੀ ਬਣ ਗਈ ਸੀ। ਭਾਵ ਪੜ੍ਹਨੀ ਹੈ ਬਸ, ਜਿਵੇਂ ਅਸੀਂ ਕਹਿੰਦੇ ਹਾਂ ਕਰਨਾ ਹੀ ਹੈ ਬਸ। ਇਹਦਾ ਮਤਲਬ ਇਹ ਨਹੀਂ ਅਸੀਂ ਕਰਨਾ ਛੱਡ ਦਈਏ, ਨਹੀਂ, ਕਰਨਾ ਵੀ ਜ਼ਰੂਰੀ ਹੈ, ਸਮਝਣਾ ਵੀ ਜ਼ਰੂਰੀ ਹੈ, ਤੇ ਉਹਨੂੰ ਕਰਨ ਵਿੱਚ ਖਿਆਲ ਹੋਣਾ ਵੀ ਜ਼ਰੂਰੀ ਹੈ। ਇਹ ਨਹੀਂ, ਇਹਦਾ ਭਾਵ ਇਹ ਨਹੀਂ ਵੀ ਜੇ ਅਸੀਂ ਰਵਾਇਤ ਬਾਣੀ ਤੋਂ ਛੱਡ ਦਈਏ, ਨਹੀਂ, ਆਪਣੇ ਆਪ ਨੂੰ ਸਗੋਂ ਮੋਲਡ ਕਰਨ ਦੀ, ਸੁਧਾਰਨ ਦੀ ਲੋੜ ਹੈ, ਨਾ ਕਿ ਅਸੀਂ ਇਸ ਨੂੰ ਛੱਡ ਕੇ ਇੱਕ ਪਾਸੇ ਹੋਣ ਦੀ ਲੋੜ ਹੁੰਦੀ ਹੈ। ਕਦੀ ਡਰ ਕੇ ਭੱਜਣ ਦੇ ਨਾਲ ਮੋਰਚੇ ਤੈਅ ਨਹੀਂ ਹੁੰਦੇ। ਜੀਵਨ ਦੇ ਮੋਰਚੇ ਨੇ ਉਦੋਂ ਤੈਅ ਹੋਣਾ ਜਦੋਂ ਅਸੀਂ ਆਪਾ ਭਾਵ ਗਵਾ ਕੇ ਉਸ ਪਾਸੇ ਨੂੰ ਲੱਗਾਂਗੇ। ਜਿਹੜਾ ਕਰਮ ਕਰਦੇ ਹਾਂ ਉਹਦੇ ਵਿੱਚ ਧਿਆਨ ਹੋਵੇ, ਉਸ ਕਰਮ ਵਿੱਚ ਧਿਆਨ ਹੋਵੇ, ਉਸ ਕਰਮ ਵਿੱਚੋਂ ਧਰਮ ਦਾ ਜਨਮ ਹੋਵੇ। ਇਸ ਪੜ੍ਹਨ ਜੇ ਤਾਂ ਗੁਰੂ ਨਾਨਕ ਸਾਹਿਬ ਦੇ ਵੇਲੇ ਇਹ ਨਮਾਜ਼ ਇੱਕ ਰਵਾਇਤੀ ਜਿਹਾ ਕਰਮ ਬਣ ਗਿਆ ਸੀ। ਇਸ ਲਈ ਸਤਿਗੁਰੂ ਜੀ ਨੇ ਜਦੋਂ ਗੱਲ ਕੀਤੀ ਨਮਾਜ਼ ਦੀ ਤਾਂ ਉਹਨਾਂ ਨੇ 5 ਸ਼ੁਭ ਗੁਣਾਂ ਨੂੰ 5 ਨਮਾਜ਼ਾਂ ਲਿਖ ਦਿੱਤਾ ਵੀ ਜੇ ਇਹ ਗੁਣ ਧਾਰਨ ਨਹੀਂ ਕੀਤੇ ਤਾਂ ਫਿਰ ਨਮਾਜ਼ ਕਾਹਦੀ ਹੋਈ। 5 ਨਮਾਜ਼ਾਂ ਵਕਤ 5, ਪੰਜਾ ਪੰਜੇ 9, ਪਹਿਲਾ ਸੱਚ ਹਲਾਲ ਦੋਏ, ਤੀਜਾ ਖੰਡ ਖੁਦਾਏ, ਚੌਥੀ ਨੀਅਤ ਰਾਸਮਨ, ਪੰਜਵੀਂ ਸਿਫਤ ਸਲਾਹ ਸੁਨਾਏ, ਕਰਨੀ ਕਲਮਾ ਆਖ ਕੇ ਤਾਂ ਮੁਸਲਮਾਨ ਸਦਾਏ। ਕਹਿੰਦੇ ਜੇ ਤੂੰ ਨਮਾਜ਼ ਪੜ੍ਹਨੀ ਤਾਂ ਇਹ ਗੁਣ ਵੀ ਧਾਰਨ ਕਰ। ਹੁਣ ਇਹ ਗੁਣ ਕੇਵਲ ਮੁਸਲਮਾਨ ਲਈ ਨਹੀਂ ਸੀ। ਮਾਝ ਕੀ ਵਾਰ ਦੇ ਵਿੱਚ ਜਦੋਂ ਅਸੀਂ ਇਹ ਗੁਰੂ ਨਾਨਕ ਪਾਤਸ਼ਾਹ ਦੀ ਵਾਰ ਪੜ੍ਹਦੇ ਹਾਂ ਤਾਂ ਉਹਦੇ 'ਚ ਸਤਿਗੁਰੂ ਜੀ ਦਾ ਸ਼ਲੋਕ ਆਉਂਦਾ ਹੈ 141 ਪੰਨੇ ਦੇ ਉੱਤੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ, ਤਾਂ ਉਹਦੇ ਤੇ ਇਹ ਆਉਂਦਾ ਹੈ। ਤਾਂ ਸਤਿਗੁਰੂ ਜੀ ਨੇ ਸਿੱਖ ਨੂੰ ਅਸਲ ਵਿੱਚ ਬਿਲਕੁਲ ਥਿਓਰੈਟੀਕਲੀ ਨਹੀਂ, ਪ੍ਰੈਕਟੀਕਲੀ ਜ਼ਿੰਦਗੀ ਦਿੱਤੀ ਹੈ। ਜੇ ਅਸੀਂ ਪੜ੍ਹਦੇ ਹਾਂ
ਜਪ ਨੂੰ ਸਵੇਰੇ ਪੜ੍ਹਦੇ ਆ, ਹੁਕਮ ਰਜਾਈ ਚੱਲਣ ਦੀ ਗੱਲ ਕਰਦੇ ਆ, ਤਾਂ ਹੁਕਮ ਰਜਾਈ ਚੱਲਣ ਦੀ ਗੱਲ ਜੀਵਨ ਵਿੱਚ ਵੀ ਆ ਜਾਣੀ ਚਾਹੀਦੀ ਹੈ। ਜੇ ਅਸੀਂ ਸੁਣਿਆ ਦੀ ਗੱਲ ਕਰਦੇ ਹਾਂ ਤਾਂ ਸੁਣਨ ਦੀ ਗੱਲ ਸਾਡੇ ਜੀਵਨ ਵਿੱਚ ਵੀ ਆਣੀ ਚਾਹੀਦੀ ਹੈ। ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਾ ਤੀਰਥ ਮਲ ਨਾਓ। ਇਹ ਅੰਦਰ ਆਤਮੇ ਇਸ਼ਨਾਨ ਕਰਨ ਦੇ ਲਈ ਤਾਂ ਸੁਣਿਆ ਮੰਨਿਆ ਮਨ ਕੀਤਾ ਭਾਉ ਤੱਕ ਜਾਣਾ ਪਏਗਾ। ਜੇ ਅੰਤਰ ਆਤਮੇ ਇਸ਼ਨਾਨ ਕਰਨਾ ਹੈ, ਜੇ ਅੰਤਰ ਆਤਮਾ ਦਾ ਇਸ਼ਨਾਨ ਅਸੀਂ ਨਹੀਂ ਕਰਨਾ ਤਾਂ ਜੋ ਮਰਜ਼ੀ ਕਰ ਸਕਦੇ ਹਾਂ, ਲੇਕਿਨ ਅੰਤਰ ਆਤਮੇ ਇਸ਼ਨਾਨ ਸੁਣਨਾ ਮੰਨਣਾ ਤੇ ਮੰਨ ਲੈਣਾ, ਉਹਦੇ ਨਾਲ ਪਿਆਰ ਪਾ ਲੈਣਾ। ਸੁਣਿਆ ਮੰਨਿਆ ਮਨ ਕੀਤਾ, ਮਨ ਵਿੱਚ ਪ੍ਰੇਮ ਪਾ ਲੈਣਾ, ਪੱਕੀ ਕਰ ਲੈਣੀ। ਪ੍ਰੇਮ ਦਾ ਮਤਲਬ ਪੱਕੀ ਕਰ ਲੈਣੀ। ਜਿਹੜੇ ਬੋਲ ਸਤਿਗੁਰੂ ਨੇ ਕਹੇ, ਜਿਹੜੇ ਬੋਲ ਸਤਿਗੁਰੂ ਨੇ ਦੱਸੇ, ਮਾਈ ਸਤ 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 ਹਰ ਸਤ 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 ਸਾਧਾ, ਬਚਨ ਗੁਰੂ ਜੋ ਪਿਰ ਪੂਰੇ ਕਿਹੋ, ਮੈਂ ਛੀਕ ਗਾਂਠੜੀ ਬੱਧ। ਮੈਂ ਉਹਨਾਂ ਦੀ ਪੱਲੇ ਨਾਲ ਗੰਢ ਮਾਰ ਲਈ। ਗੰਢ ਦਾ ਮਤਲਬ ਭੁੱਲਣਾ ਨਹੀਂ, ਗੰਢ ਦਾ ਮਤਲਬ ਸੀ ਗੰਢ ਵੇਖ ਕੇ ਯਾਦ ਆ ਜਾਣਾ। ਪਰਮ ਪਿਤਾ ਪਰਮੇਸ਼ਰ ਦੀਆਂ ਖੇਡਾਂ, ਪਰਮ ਪਿਤਾ ਪਰਮੇਸ਼ਰ ਦੀ ਵਡਿਆਈਆਂ ਨੂੰ ਹਰ ਵੇਲੇ ਯਾਦ ਕਰਨਾ, ਇਹ ਸਾਡੇ ਲਈ ਇਹ ਸਤਾਤ ਹੈ। ਤੇ ਜਿਹੜੀ ਸ਼ੇਖ ਫਰੀਦ ਜੀ ਨੇ ਗੱਲ ਕੀਤੀ ਹੈ, ਬੇਨਵਾਜਾ ਕੁੱਤਿਆ, ਇਹ ਨਾ ਭਲੀ ਰੀਤ, ਕਿ ਇਹ ਚੰਗੀ ਰੀਤ ਨਹੀਂ ਹੈ। ਜੇ ਤੂੰ ਨਮਾਜ਼ ਨਹੀਂ ਪੜ੍ਹਦਾ ਤੇ ਫਿਰ ਇਨਸਾਨ ਦਾ ਕਰਮ ਨਹੀਂ ਤੇਰੇ ਅੰਦਰ, ਫਿਰ ਇੱਕ ਜਾਨਵਰ ਵਰਗਾ ਹੈ। ਕਰਤੂਤ ਪਸ਼ੂ ਕੀ ਮਾਨਸ ਜਾਤ ਹੈ, ਜੋ ਗੁਰੂ ਅਰਜਨ ਸਾਹਿਬ ਜੀ ਨੇ ਕਿਹਾ। ਨਮਾਜ਼ ਪੜ੍ਹ ਲੈਣੀ, ਬੋਲ ਲੈਣੀ ਜ਼ਬਾਨ ਤੋਂ ਨਹੀਂ ਸੀ। ਸਤਿਗੁਰੂ ਕਹਿਣ ਲੱਗੇ, ਦੇਖ ਇਹ ਸੱਚ ਨੂੰ ਧਾਰਨ ਕਰ, ਫਿਰ ਹੱਕ ਦੀ ਕਮਾਈ ਕਰ, ਤੀਜੀ ਉਸ ਖੁਦਾ ਦੀ ਯਾਦ ਵਿੱਚ ਜੁੜ, ਨੀਅਤ ਨੂੰ ਸਾਫ਼ ਰੱਖ ਤੇ ਉਸ ਪਰਮ ਪਿਤਾ ਪਰਮੇਸ਼ਰ ਦੀ ਸਿਫਤ ਸਲਾਹ ਵਿੱਚ ਲੱਗ। ਇਹ ਗੁਣ ਅੰਦਰ ਪੈਦਾ ਕਰ। ਜਿਹੜੀ ਗੁਰੂ ਨਾਨਕ ਸਾਹਿਬ ਜੀ ਨੇ ਇਹ ਸ਼ਲੋਕ ਲਿਖਿਆ, ਉਹਦੇ 'ਚ ਇਹ ਗੱਲਾਂ ਸਮਝਾ ਦਿੱਤੀਆਂ ਕਿ ਇਹ ਮੋਮਨ ਨੂੰ ਜ਼ਰੂਰੀ ਹੈ। ਮੋਮਨ ਤਾਂ ਇੱਕ ਪਾਤਰ ਸੀ, ਕਰਤਾ ਸੀ। ਜੇ ਪੰਡਤ ਸੀ ਤੇ ਪੰਡਤਾਂ ਦਾ ਨਾਂ ਲਾ ਕੇ ਸਤਿਗੁਰੂ ਜੀ ਨੇ ਗੱਲ ਕਰ ਦਿੱਤੀ, ਜੋਗੀ ਸੀ ਤਾਂ ਜੋਗੀ ਦਾ ਲੈ ਕੇ ਗੱਲ ਕੀਤੀ। ਜਦੋਂ ਇਹ ਮੋਮਨ ਨੂੰ ਸਮਝਾਉਣਾ ਸੀ, ਉਹਦਾ ਨਾਮ ਲੈ ਕੇ ਗੱਲ ਕੀਤੀ। ਜੇ ਸਿੱਖ ਨੂੰ ਸਮਝਾਉਣਾ ਹੈ ਤੇ ਸਿੱਖੀ ਦੀ ਗੱਲਬਾਤ ਹੈ। ਗੁਰੂ ਪਾਤਸ਼ਾਹ ਨੇ ਹਰ ਬੰਦੇ ਦੀ ਉਦਾਹਰਨ ਦੇ ਕੇ ਸਮਝਾਇਆ, ਹਰ ਮਾਰਗ ਦੀ ਗੱਲਬਾਤ ਕਰਕੇ ਸਮਝਾਇਆ। ਸਤਿਗੁਰੂ ਜੀ ਨੇ ਇਹ ਗੱਲਾਂ ਸਾਨੂੰ ਸਮਝਾਈਆਂ। ਤਾਂ ਸਿੱਧੀ ਸਪਸ਼ਟ ਗੱਲ ਇਹ ਹੈ ਕਿ ਜਿਹੜਾ ਕਰਮ ਅਸੀਂ ਕਰਦੇ ਹਾਂ, ਉਸ ਕਰਮ ਦੇ ਵਿੱਚ ਸਾਡਾ ਧਿਆਨ ਹੋਣਾ ਬੜਾ ਜ਼ਰੂਰੀ ਹੈ। ਗੁਰਦੁਆਰੇ ਜਾਣਾ, ਮੱਥਾ ਟੇਕਣਾ ਕਰਮ ਹੈ। ਗੁਰੂ ਸਾਹਿਬ ਨੂੰ ਪਰਿਕਰਮਾ ਕਰਨੀ ਸਾਡਾ ਕਰਮ ਹੈ। ਫਿਰ ਗੁਰਬਾਣੀ ਦੇ ਕੀਰਤਨ ਕਥਾ ਵਿਚਾਰ ਸੁਣਨੀ ਕਰਮ ਹੈ। ਕਰਮ ਉਦੋਂ ਧਰਮ ਬਣਦਾ ਹੈ ਜਦੋਂ ਉਹਦੀ ਵਿਚਾਰ ਸਾਨੂੰ ਸਮਝ ਆ ਜਾਂਦੀ ਹੈ, ਜਦੋਂ ਸਾਡੇ ਹਿਰਦੇ ਵਿੱਚ ਵਸ ਜਾਂਦੀ ਹੈ, ਜਦੋਂ ਸਾਡੇ ਹਿਰਦੇ ਵਿੱਚ ਆ ਕੇ ਉਹ ਵਿਚਾਰ ਆਪਣੀ ਥਾਂ ਬਣਾ ਲੈਂਦੀ ਹੈ, ਉਦੋਂ ਇਹ ਧਰਮ ਜਿਹੜੀ ਹੈ ਇਹ ਬਣ ਜਾਂਦੀ ਹੈ। ਨਹੀਂ ਤਾਂ ਕਰਮ ਕਰਮ ਰਹਿ ਜਾਏਗਾ। ਤੇ ਜਦੋਂ ਕਰਮ ਰਹਿ ਜਾਂਦਾ ਹੈ, ਕਰਮ ਦੀ ਪ੍ਰਧਾਨਤਾ ਹੈ ਕੋਈ ਨਹੀਂ। ਇਸ ਵਾਸਤੇ ਸਤਿਗੁਰੂ ਜੀ ਨੇ, ਗੁਰੂ ਨਾਨਕ ਪਾਤਸ਼ਾਹ ਜੀ ਨੇ ਜਦੋਂ ਇਸ ਮੁਮਨ ਦੀ ਗੱਲ ਕੀਤੀ, ਪੰਜ ਨਮਾਜ਼ ਦੀ ਗੱਲ ਕੀਤੀ ਤੇ ਪੰਜ ਨਮਾਜ਼ੀਆਂ ਦੀ ਗੱਲ ਕੀਤੀ, ਤਾਂ ਇਹ ਗੱਲ ਸਮਝਾ ਦਿੱਤੀ ਵੀ ਨਮਾਜ਼ ਪੜ੍ਹਨ ਦੇ ਜਿਹੜੇ ਜੋ ਦੱਸਿਆ ਗਿਆ ਹੈ, ਜੋ ਗੁਣ ਹਨ, ਉਹ ਤੇਰੀ ਜ਼ਿੰਦਗੀ ਵਿੱਚ ਆਉਣੇ ਚਾਹੀਦੇ ਹਨ। ਦੋ ਸ਼ਬਦ ਅੱਜ ਦੇ ਬੜੇ ਅਹਿਮ ਸੀ, ਇੱਕ ਨਦਰ ਕਰਮ ਤੇ ਇੱਕ ਇਹ ਨਮਾਜ਼ ਦੇ ਵਿੱਚੋਂ ਸਾਨੂੰ ਸਿੱਖਣ ਨੂੰ ਬੜਾ ਕੁਝ ਮਿਲਦਾ ਹੈ, ਜੋ ਗੁਰੂ ਪਾਤਸ਼ਾਹ ਜੀ ਨੇ ਸਾਡੇ ਸੇਧ ਬਖਸ਼ੀਆਂ ਹਨ। ਯਤਨ ਕਰੀਏ ਕਿ ਗੁਰੂ ਸਾਹਿਬ ਜੀ ਦੇ ਨਦਰ ਕਰਮ ਦੇ ਪਾਤਰ ਬਣਨ ਦੇ ਲਈ ਇਹ ਜੋ ਅਸੀਂ ਰੋਜ਼ ਦੀ ਸਾਡੀ ਜਿਹਨੂੰ ਰੋਜ਼ ਦਾ ਸਾਡਾ ਪੜ੍ਹਨ ਦਾ, ਜੇ ਯਾਦ ਕਰਨ ਦਾ ਢੰਗ ਹੈ, ਜੇ ਅਗਰ ਉਸ ਯਾਦ ਵਿੱਚ ਪਰਮਾਤਮਾ ਨਹੀਂ ਟਿਕਦਾ ਤਾਂ ਉਹਨੂੰ ਯਤਨ ਕਰੀਏ ਕਿ ਪਰਮਾਤਮਾ ਨੂੰ ਉਹਦੇ ਵਿੱਚ ਆਪਣੀ ਯਾਦ ਦਾ ਹਿੱਸੇ ਵਿੱਚੋਂ ਬਣਾਉਣ ਵਾਲੇ ਪਾਸੇ ਤੁਰੀਏ ਤੇ ਗੁਰ ਪ੍ਰਸਾਦ ਲਈ ਗੁਰੂ ਕੇ ਬੇਨਤੀ ਕਰੀਏ। ਉਹਦੀ ਨਦਰ ਕਰਮ ਦੇ ਲਈ ਪਾਤਰ ਉਦੋਂ ਬਣਨਾ ਹੈ ਜਦੋਂ ਅਸੀਂ ਇਹ ਅਸਲ ਵਿੱਚ ਨਿਤਨੇਮੀ ਹੋਵਾਂਗੇ, ਭਾਵ ਨਮਾਜ਼ੀ ਹੋ ਜਾਵਾਂਗੇ। ਜੇ ਮੂਮਨ ਹੈ ਤਾਂ ਨਮਾਜ਼ੀ ਦੀ ਗੱਲ ਕੀਤੀ ਹੈ। ਅਸਲ ਵਿੱਚ ਜਦੋਂ ਅਸੀਂ ਗੁਰੂ ਦੇ ਵਿਚਾਰ ਨੂੰ ਹਿਰਦੇ ਵਿੱਚ ਥਾਂ ਦੇ ਦਿਆਂਗੇ, ਫਿਰ ਅਸੀਂ ਨਦਰ ਕਰਮ ਦੇ ਪਾਤਰ ਬਣਾਂਗੇ। ਤਾਂ ਅੱਜ ਦੇ ਵਿਚਾਰ ਨੂੰ
ਇੱਥੇ ਹੀ ਸੰਕੋਚਦੇ ਹਾਂ, ਇੱਥੇ ਹੀ ਸਮਾਪਤ ਕਰਦੇ ਹਾਂ। ਅੱਜ ਦੀ ਵਿਚਾਰ ਕਰਦਿਆਂ ਹੋਈਆਂ ਬਹੁਤ ਸਾਰੀਆਂ ਭੁੱਲਾਂ ਦੀ ਆਪ ਪਾਸੋਂ ਦੋ ਹੱਥ ਜੋੜ ਕੇ ਮਾਫੀ ਮੰਗ ਰਿਹਾ ਹਾਂ। ਪਿਆਰ ਸਹਿਤ ਫਤਿਹ ਦੀ ਸਾਂਝ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।